ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਘਰ ਛੇਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨੀਚ ਜਾਤ ਹਰ ਜਪਤਿਆ, ਉਤਮ ਪਦਵੀ ਪਾਈ। ਪੂਛੋ ਬਿਦਰ ਦਾਸੀ ਸੁਤਾ, ਕਿਸਨ ਉਤਰਿਆ ਘਰ ਜਿਸ ਜਾਈ। ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਈ। ਪੂਛੋ ਬਿਦਰ ਦਾਸੀ ਸੁਤਾ, ਕਿਸਨ ਉਤਰਿਆ ਘਰ ਜਿਸ ਜਾਈ। ਹਰ ਕੀ ਆਕਥ ਕਥਾ ਸੁਨਹੁ ਜਨ ਭਾਈ। ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਰਹਾਉ ਰਵਿਦਾਸ ਚਮਾਰ ਉਸਤਤ ਕਰੀ। ਹਰ ਕੀਰਤ ਨਿਮਖ ਇਕ ਗਾਈ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਈ। ਨਾਮ ਦੇ ਪ੍ਰੀਤ ਲਗੀ ਹਰ ਸਿਤੀ। ਲੋਕ ਛੀਪਾ ਕਹੈ ਬੁਲਾਈ। ਖਤਰੀ ਬ੍ਰਾਹਮਣ ਪੇਠ ਦੇ ਛੋਡੇ, ਹਰ ਨਾਮ ਦਿਓ ਲਿਆ ਮੁਖ ਲਾਈ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ ਤਿਨ ਤਿਲਕ ਕਢਾਈ। ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਈ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ ਤਿਨ ਤਿਲਕ ਕਢਾਈ। ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਸ਼ਲ ਪਤਿਤ ਪਾਵਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ, ਜਿਨ੍ਹਾਂ ਨੂੰ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਅੰਮ੍ਰਿਤ ਵੇਲੇ ਮੁਖਵਾਕ ਬਖਸ਼ਿਸ਼ ਕੀਤੇ ਹਨ ਅਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਲੜੀਵਾਰ ਗੁਰਬਾਣੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਜੇ ਸਮੇਂ ਦੀ ਆਪ ਜੀ ਦੇਸ਼ ਵਿਦੇਸ਼ ਵਿੱਚ ਬੜੀ ਹੀ ਸ਼ਿੱਦਤ ਦੇ ਨਾਲ ਉਡੀਕ ਕਰਦੇ ਹੋ, ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜੁੜ ਬੈਠਣ ਦਾ, ਮਾਲਕ ਦੇ ਹਰ ਜਸ ਨੂੰ ਗਾਇਨ ਕਰਨ ਦਾ, ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਅੰਮ੍ਰਿਤਮਈ ਬਚਨ ਦੀਨ ਦੁਨੀਨ ਦੇ ਥੰਮ, ਸੇਵਾ ਤੇ ਸਿਮਰਨ ਦੇ ਮੁਜੱਸਮੇ, ਗੁਰੂ ਨਾਨਕ ਜੋਤ ਦੇ ਚੌਥੇ ਵਾਰਿਸ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਅੰਮ੍ਰਿਤ ਬਾਣੀ ਪਾਵਨ ਸਰੋਵਰ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ, ਖਾਲੀ ਹਿਰਦੇ ਰੂਪੀ ਸਰੋਵਰਾਂ ਨੂੰ ਨਾਮ ਰੂਪੀ ਅੰਮ੍ਰਿਤ ਜਲ ਦੇ ਨਾਲ ਸਰਸ਼ਾਰ ਕਰਨ ਵਾਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸੂਹੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 733 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਇਸ ਪਾਵਨ ਗੁਰ ਸ਼ਬਦ ਦੇ ਦੁਆਰਾ ਜਿੱਥੇ ਪ੍ਰਮਾਤਮਾ ਦੇ ਇਸ ਬਿਰਧ ਦਾ ਜ਼ਿਕਰ ਕੀਤਾ ਹੈ ਕਿ ਕੋਈ ਵੀ ਕਿਸੇ ਇਲਾਕੇ ਵਿੱਚ ਕਿਸੇ ਖੇਤਰ ਨਾਲ ਸੰਬੰਧਿਤ ਵਿਅਕਤੀ, ਚਾਹੇ ਉਹਦੀ ਕੋਈ ਵੀ ਜਾਤ ਹੋਵੇ, ਜਦੋਂ ਵੀ ਉਹ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਤੇ ਪ੍ਰਮਾਤਮਾ ਦਾ ਇਹ ਮੁੱਢ ਕਦੀਮੀ ਬਿਰਧ ਹੈ ਕਿ ਪ੍ਰਮਾਤਮਾ ਉਹਦੀ ਕੋਈ ਜਾਤ ਪਾਤ ਨਹੀਂ ਵਿਚਾਰਦਾ, ਸਗੋਂ ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਵਾਲੇ ਆਖਦੇ ਸਨ, ਜਦੋਂ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ, ਮਾਲਕ ਦੀ ਭਗਤੀ ਦੇ ਸਦਕਾ ਉਹਨਾਂ ਨੂੰ ਬਹੁਤ ਉੱਤਮ ਪਦਵੀਆਂ, ਬੜੇ ਬੜੇ ਵੱਡੇ ਜਿਹੜੇ ਮਰਾਤਬੇ ਸਨ ਉਹ ਪ੍ਰਾਪਤ ਹੋਏ। ਕੁਝ ਭਗਤਾਂ ਦੀਆਂ ਸਤਿਗੁਰੂ ਜੀ ਨੇ ਉਦਾਹਰਨਾਂ ਦਿੱਤੀਆਂ ਨੇ, ਕਿਉਂਕਿ ਉਦਾਹਰਨਾਂ ਸੰਕੇਤ ਵਰਤ ਕੇ ਹੀ ਸਾਨੂੰ ਸਮਝਾਇਆ ਜਾ ਸਕਦਾ ਹੈ। ਉੱਥੇ ਰਹਾਓ ਵਾਲੇ ਬੰਦ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਪ੍ਰੇਰਨਾ ਕਰਦੇ ਨੇ, ਇਹ ਭਾਈ ਪਰਮਾਤਮਾ ਜਿੱਥੇ ਆਪ ਇਕੱਠ ਹੈ, ਉੱਥੇ ਉਹਦੀ ਕਥਾ ਵਿਚਾਰ, ਉਹਦੀ ਸਿਫਤ ਸਲਾਹ ਵੀ ਕਥਨੀ ਤੋਂ ਪਰੇ ਹੈ। ਸੱਚਮੁੱਚ ਜਿਹਦੀ ਕਥਾ ਕਰਦਿਆਂ ਇੱਕ ਦਿਨ ਕਥਾ ਮੁੱਕ ਜਾਵੇ, ਜਿਹਦੀਆਂ ਸਿਫਤ ਸਲਾਹਾਂ ਖਤਮ ਹੋ ਜਾਣ, ਉਹਦੀ ਕਥਾ ਕਰਨ ਜਾਂ ਉਹਦੀ ਸਿਫਤ ਸਲਾਹ ਕਰਨ ਨਾਲ ਸਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਵੇਗਾ। ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਹਨੂੰ ਕੱਥ ਕੇ ਲੋਕ ਇਹ ਕਹਿਣ ਕਿ ਅਸੀਂ ਉਸ ਪਰਮਾਤਮਾ ਦਾ ਕੋਈ ਥਾਂ ਨਹੀਂ ਪਾ ਸਕੇ, ਕਿਉਂਕਿ ਉਹ ਅਗੰਮ ਅਗੋਚਰ ਹੈ, ਉਹ ਬੜਾ ਇਕੱਠ ਹੈ। ਇਸੇ ਲਈ ਸਤਿਗੁਰੂ ਸਾਨੂੰ ਪਿਆਰ ਸਹਿਤ ਆਵਾਜ਼ ਮਾਰਦੇ ਨੇ, ਆਵੋ ਸੰਤ ਪਿਆਰਿਓ ਇਕੱਠ ਕੀ ਕਰੈ ਕਹਾਣੀ, ਤੂੰ ਸਮਰੱਥ ਇਕੱਠ ਅਗੋਚਰ ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਜਿਹਦੀ ਕਥਾ ਇਕੱਠ ਹੈ, ਜਿਹਦੀ ਕਥਾ ਕਰ ਕਰਕੇ ਕਦੇ ਮੁੱਕਦੀ ਨਹੀਂ, ਕਿਉਂਕਿ ਜਿਹਦੇ ਬਾਰੇ ਇਹ ਸਪਸ਼ਟ ਕੀਤਾ ਗਿਆ ਕਿ ਬੇਦ ਕਤੇਬ ਸੰਸਾਰ ਹੱਬਾਂ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਦੇਵੀ ਦੇਵਤੇ ਵੀ ਜਿਹਦਾ ਅੰਤ ਨਹੀਂ ਪਾ ਸਕਦੇ, ਜੋਗੀ ਕਈ ਤਰ੍ਹਾਂ ਦੇ ਭੇਸ ਧਾਰਨ ਕਰਕੇ, ਕਈ ਤਰ੍ਹਾਂ ਦੇ ਵਿਦਵਾਨ ਵੱਖਰੀ ਵੱਖਰੀ ਵਿਆਕਰਨ ਦੇ ਮੁਤਾਬਕ ਉਹਨੂੰ ਕੱਥ ਕੇ ਇਹੀ ਆਖਦੇ ਨੇ ਕਿ ਕਥਨਾ ਕਥੀ ਨਾ ਆਵੈ ਤੋਟ, ਬਹੁਤਾ ਕਹੀਆ ਬਹੁਤਾ ਹੋਏ। ਜਿੰਨਾ ਵੀ ਉਹਦੇ ਬਾਰੇ ਕਹੀ ਚੱਲੀਏ ਉਹ ਓਨਾ ਹੀ ਹੋਰ ਹੈ। ਕਈ ਵਾਰ ਇਸ ਪਾਵਨ ਪੰਕਤੀ ਦੇ ਅਰਥ ਇਹ ਕੀਤੇ ਜਾਂਦੇ ਨੇ ਵੀ ਜੇ ਕੋਈ ਪੁੱਛੇ ਵੀ ਤੁਹਾਡੇ ਕੋਲ ਧਨ ਸੰਪਤੀ ਜਾਇਦਾਦ ਕਿੰਨੀ ਕਾ, ਤੇ ਇਹ ਨਹੀਂ ਕਹਿਣਾ ਚਾਹੀਦਾ ਵੀ ਥੋੜੀ ਆ, ਇਹ ਕਹਿਣਾ ਚਾਹੀਦਾ ਵੀ ਬਹੁਤੀ ਆ, ਵੀ ਬਹੁਤਾ ਕਹੀਏ ਬਹੁਤਾ ਹੋਏ। ਨਹੀਂ, ਇਹਦਾ ਅਰਥ ਧਨ ਸੰਪਤੀ ਦੇ ਨਾਲ ਨਹੀਂ ਹੈ। ਬਹੁਤਾ ਕਹੀਆ ਬਹੁਤਾ ਹੋਏ ਵੀ ਪਰਮਾਤਮਾ ਬਾਰੇ ਜਿੰਨਾ ਵੀ ਆਪਾਂ ਬਹੁਤ ਕਹੀ ਜਾਂਦੇ ਆ, ਉਨਾ ਹੀ ਉਹ ਹੋਰ ਬਹੁਤ ਹੈ। ਭਾਵ ਜਿੱਥੇ ਜਾ ਕੇ ਸਾਡੀ ਸੀਮਾ ਖਤਮ ਹੋ ਜਾਂਦੀ ਹੈ, ਪਰਮਾਤਮਾ ਉੱਥੋਂ ਸ਼ੁਰੂ ਹੁੰਦਾ ਹੈ। ਤੇ ਸਤਿਗੁਰੂ ਜੀ ਰਹਾਉ ਵਾਲੇ ਬੰਦ ਵਿੱਚ ਕਿਰਪਾ ਕਰ ਰਹੇ ਨੇ, ਹਰ ਕੀ ਅਕਥ ਕਥਾ ਸੁਨੋ ਜਨ ਭਾਈ,
हे सज्जनों, हे प्यारे मित्रों, हे प्रभु प्यारिਓ, परमात्मा की सिफत सलाह ਨੂੰ, परमात्मा की अकथ कथा ਨੂੰ सुनना चाहिए, जिन्हों सुनने ਦੇ ਨਾਲ ਜਿੱਤ ਸਹਿਸਾ ਦੁੱਖ ਭੂਖ ਸਭ ਲੈ ਜਾਏ। ਜ਼ਿੰਦਗੀ ਦੇ ਜਿਤਨੇ ਸਹਿਮ ਡਰ ਨੇ, ਜਿਤਨੀ ਸਾਡੀ ਜ਼ਿੰਦਗੀ ਦੇ ਵਿੱਚ ਭੁੱਖ ਵਰਦੀ ਹੈ ਜਾਂ ਜਿੰਨੇ ਦੁੱਖ ਨੇ, ਇਹ ਖਤਮ ਹੋ ਜਾਂਦੇ ਨੇ ਜਦੋਂ ਅਸੀਂ ਪਰਮਾਤਮਾ ਦੀ ਕਥਾ ਵਿਚਾਰ ਨਾਲ ਜੁੜਦੇ ਹਾਂ, ਆਪਣੇ ਜੀਵਨ ਵਿੱਚ ਉਹਨੂੰ ਧਾਰਨ ਕਰਦੇ ਹਾਂ। ਇਸੇ ਕਰਕੇ ਕਿਹਾ ਗਿਆ, ਜਿੰਨੀਆਂ ਵੀ ਸੰਸਾਰ ਵਿੱਚ ਕਥਾ ਕਹਾਣੀਆਂ ਨੇ, ਸਭ ਤੇ ਉੱਤਮ ਹਰ ਕੀ ਕਥਾ। ਹੁਣ ਸਭ ਤੇ ਉੱਤਮ ਹਰ ਕੀ ਕਥਾ ਦਾ ਇਹ ਭਾਵ ਨਹੀਂ ਵੀ ਗੁਰਬਾਣੀ ਪਾਠ ਨਾਲੋਂ ਜਾਂ ਕੀਰਤਨ ਨਾਲੋਂ ਕਥਾ ਉੱਤਮ ਹੈ। ਨਹੀਂ, ਗੁਰਬਾਣੀ ਪਾਠ ਵੀ ਉੱਤਮ ਹੈ, ਗੁਰਬਾਣੀ ਕੀਰਤਨ ਵੀ ਉੱਤਮ ਹੈ। ਸਭ ਤੇ ਉੱਤਮ ਹਰ ਕੀ ਕਥਾ ਦਾ ਮਤਲਬ ਵੀ ਜਿੰਨੀਆਂ ਵੀ ਸੰਸਾਰ ਵਿੱਚ ਕਥਾ ਕਹਾਣੀਆਂ ਨੇ, ਉਹਨਾਂ ਸਾਰੀਆਂ ਕਥਾ ਕਹਾਣੀਆਂ ਵਿੱਚੋਂ ਪਰਮਾਤਮਾ ਦੀ ਕਥਾ ਉੱਤਮ ਹੈ। ਕਿਉਂਕਿ ਨਾਮ ਸੁਨਤ ਦਰਦ ਦੁੱਖ ਲੱਥਾ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਇਹ ਉਹ ਕਥਾ ਹੈ ਜਿਹਨੂੰ ਸੁਣਨ ਦੇ ਨਾਲ ਮੁੱਖ ਉਜਲਾ ਹੁੰਦਾ, ਅਸੀਂ ਸੁਰਖਰੂ ਹੋ ਕੇ ਆਪਣਾ ਜੀਵਨ ਸਫਲਾ ਕਰਕੇ ਇਸ ਲੋਕ ਤੋਂ ਪਰਲੋਕ ਵਾਲੇ ਪਾਸੇ ਤੁਰਦੇ ਹਾਂ, ਪਰਮਾਤਮਾ ਵਾਲੇ ਪਾਸੇ ਤੁਰਦੇ ਹਾਂ। ਤੇ ਸਾਹਿਬ ਕਹਿੰਦੇ, ਜਦੋਂ ਸੱਚਮੁੱਚ ਕੋਈ ਪਰਮਾਤਮਾ ਦੀਆਂ ਕਥਾ ਕਹਾਣੀਆਂ ਨਾਲ ਜੁੜ ਜਾਵੇ ਤੇ ਸਤਿਗੁਰੂ ਜੀ ਉਹਦੇ ਤੋਂ ਬਲਹਾਰ ਜਾਂਦੇ ਨੇ। ਸਦ ਬਲਹਾਰੀ ਤਿੰਨਾਂ ਜੇ ਸੁਣ ਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮੱਥਾ। ਇਸ ਲਈ ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰ ਰਹੇ ਨੇ ਕਿ ਪਰਮਾਤਮਾ ਦੀ ਜਿਹੜੀ ਅਕਥ ਕਥਾ ਹੈ, ਸਿਫਤ ਸਲਾਹ ਹੈ, ਭਾਈ ਇਹਨੂੰ ਸੁਣੋ। ਉਹ ਅਕਥ ਕਥਾ ਕੀ ਹੈ ਵੀ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਸਨ, ਜਿਨ੍ਹਾਂ ਨੂੰ ਪਤਤ ਜਾਤ ਵਾਲੇ ਕਹਿੰਦੇ ਸਨ, ਜਿਨ੍ਹਾਂ ਨੂੰ ਕਹਿੰਦੇ ਸਨ ਕਿ ਇਹਨਾਂ ਨੂੰ ਧਰਮੀ ਬਣਨ ਦਾ ਕੋਈ ਅਧਿਕਾਰ ਨਹੀਂ, ਪਰਮਾਤਮਾ ਨੇ ਉਹਨਾਂ ਨੂੰ ਧਰਮੀ ਬਣਾ ਦਿੱਤਾ, ਉਹਨਾਂ ਨੂੰ ਉੱਚਿਆਂ ਕਰ ਦਿੱਤਾ। ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ। ਪਰਮਾਤਮਾ ਦੀ ਇਹ ਕਥ ਕਥਾ ਹੈ, ਇਹ ਵਡਿਆਈ ਹੈ। ਕਿਉਂਕਿ ਮਨੂ ਸਿਮਰਤੀ ਨੇ ਖਾਸ ਕਰਕੇ ਭਾਰਤੀ ਲੋਕ ਨੀਚ ਕਿਵੇਂ ਬਣੇ, ਜੇ ਕਿਤੇ ਸਮਾਂ ਮਿਲੇ ਤੇ ਪੁਸਤਕ ਜ਼ਰੂਰ ਪੜ੍ਹਿਓ। ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮਨੂ ਸਿਮਰਤੀ ਦੇ ਵਿੱਚ ਜਦੋਂ ਵਰਨ ਵੰਡ ਜਿਹੜੀ ਸੀ ਉਹ ਪਾਈ ਗਈ, ਇਹ ਮੰਨਿਆ ਗਿਆ ਕਿ ਬ੍ਰਾਹਮਣ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ, ਸ੍ਰੇਸ਼ਟ ਹੈ, ਉਹਨੂੰ ਸਿਰ ਮੰਨਿਆ ਗਿਆ। ਖੱਤਰੀ ਬਾਹਾਂ ਤੋਂ ਪੈਦਾ ਹੋਇਆ, ਇਸ ਕਰਕੇ ਉਹਦਾ ਕੰਮ ਕੇਵਲ ਸੂਰਮਤਾਈ ਹੈ, ਜੰਗਾਂ ਯੁੱਧਾਂ ਵਿੱਚ ਲੜਨਾ ਹੈ। ਵੈਸ਼ ਬਾਰੇ ਕਿਹਾ ਕਿ ਉਹ ਪੇਟ ਤੋਂ ਪੈਦਾ ਹੋਇਆ, ਇਸ ਕਰਕੇ ਉਹ ਤੁਰ ਫਿਰ ਕੇ ਵਪਾਰ ਆਦਿ ਕਰੇ। ਤੇ ਸ਼ੂਦਰ ਨੂੰ, ਨੀਵੇਂ ਲੋਕਾਂ ਨੂੰ ਇਹ ਕਿਹਾ ਗਿਆ ਵੀ ਇਹ ਬ੍ਰਹਮਾ ਦੇ ਪੈਰਾਂ ਤੋਂ ਪੈਦਾ ਹੋਏ ਨੇ, ਇਹ ਕੇਵਲ ਪਰਾਈ ਕਿਰਤ ਕਰਨ। ਪਰ ਸਤਿਗੁਰੂ ਜੀ ਨੇ ਜਦੋਂ ਵੇਖਿਆ ਤੇ ਕਹਿਣ ਲੱਗੇ, ਏਡੀ ਵੱਡੀ ਬੇਇਨਸਾਫੀ ਵੀ ਜੇ ਇੱਕ ਸਰੀਰ ਵਿੱਚ ਚਾਰੇ ਅੰਗ ਹੋਣ ਤੇ ਫਿਰ ਸਰੀਰ ਮੁਕੰਮਲ ਹੈ। ਜੇ ਕਿਸ ਦਾ ਸਿਰ ਹੋਵੇ ਤੇ ਥੱਲਿਓਂ ਬਾਹਾਂ, ਥੱਲਿਓਂ ਪੇਟ, ਥੱਲਿਓਂ ਪੈਰ ਹੋਣ ਹੀ ਨਾ, ਤੇ ਉਹ ਬੰਦਾ ਕੋਈ ਕਰ ਸਕਦਾ ਸੰਸਾਰ ਵਿੱਚ? ਜੇ ਕੋਈ ਇਕੱਲਾ ਬ੍ਰਾਹਮਣ ਹੈ, ਉਹ ਇਕੱਲਾ ਸਿਰ ਹੀ ਹੈ, ਉਹਦੀ ਕੀ ਮਹਾਨਤਾ ਹੈ? ਜਦੋਂ ਕੋਈ ਕਿਸੇ ਨੂੰ ਸਤਿਕਾਰ ਦਿੰਦਾ, ਕਦੇ ਕਿਸੇ ਨੇ ਸਿਰ ਨੂੰ ਮੱਥਾ ਨਹੀਂ ਟੇਕਿਆ, ਲੋਕੀ ਪੈਰੀ ਪੈਂਦੇ ਨੇ, ਕਿਉਂਕਿ ਪੈਰ ਸਿਰ ਤੋਂ ਮਹਾਨ ਨੇ। ਪੈਰਾਂ ਦੇ ਆਸਰੇ ਤੇ ਸਿਰ ਖੜਿਆ ਹੈ। ਤੇ ਸੱਚਮੁੱਚ ਜਿਹੜੀ ਅਮੀਰੀ ਗਰੀਬੀ ਦੇ ਆਸਰੇ ਤੇ ਖੜੀ ਹੈ। ਬਨੇਰੇ ਵਾਲੀ ਇੱਟ ਮਹਾਨ ਨਹੀਂ, ਇੱਟ ਤਾਂ ਥੱਲੇ ਵਾਲੀ ਮਹਾਨ ਹੈ। ਜੇ ਥੱਲੇ ਵਾਲੀ ਇੱਟ ਖਿਸਕ ਜਾਵੇ ਤੇ ਪੂਰੇ ਦਾ ਪੂਰਾ ਮਕਾਨ ਹੀ ਢਹਿ ਢੇਰੀ ਹੋ ਸਕਦਾ ਹੈ। ਫਿਰ ਕੌਣ ਗਰੀਬ ਤੇ ਕੌਣ ਅਮੀਰ? ਇੱਕੋ ਮਿੱਟੀ ਤੋਂ ਬਣੀਆਂ ਇੱਟਾਂ, ਇੱਕ ਥੱਲੇ ਲੱਗਦੀ, ਇੱਕ ਉੱਪਰ ਲੱਗਦੀ, ਫਿਰ ਮਕਾਨ ਬਣਦਾ। ਇਸੇ ਤਰ੍ਹਾਂ ਪਰਮਾਤਮਾ ਦੀ ਰਚਨਾ ਵਿੱਚ ਕੋਈ ਗਰੀਬ ਹੈ, ਕੋਈ ਅਮੀਰ ਹੈ। ਪਰ ਸਾਹਿਬ ਕਹਿੰਦੇ ਕਿਸੇ ਨੂੰ ਜਾਤ ਪਾਤ, ਇਲਾਕੇ ਕਰਕੇ, ਵਿਤਕਰੇ ਕਰਕੇ ਇਹ ਵੰਡ ਨਹੀਂ ਪਾਉਣੀ ਚਾਹੀਦੀ। ਜਿਵੇਂ ਇੱਕੋ ਸਰੀਰ ਵਿੱਚ ਚਾਰੇ ਅੰਗ ਹੋਣੇ ਜ਼ਰੂਰੀ ਨੇ, ਇਸੇ ਤਰ੍ਹਾਂ ਇੱਕੋ ਮਨੁੱਖ ਦੇ ਵਿੱਚ ਬ੍ਰਾਹਮਣ ਪੁਣਾ ਵੀ ਹੋਵੇ, ਉਹ ਰੱਬ ਦੀ ਭਗਤੀ ਵੀ ਕਰੇ। ਉਹਦੇ ਵਿੱਚ ਛਤਰੀ ਪੁਣਾ ਵੀ ਹੋਵੇ, ਉਹ ਆਪਣੀ ਤੇ ਆਪਣੇ ਦੇਸ਼ ਦੀ, ਆਪਣਿਆਂ ਦੀ ਰਾਖੀ ਕਰਨ ਦੀ ਸਮਰੱਥਾ ਰੱਖਦਾ ਹੋਵੇ। ਉਹਦੇ ਵਿੱਚ ਵੈਸ਼ ਪੁਣਾ ਵੀ ਹੋਵੇ, ਕੋਈ ਨਾ ਕੋਈ ਉਹ ਕਾਰ ਵਿਹਾਰ ਵਪਾਰ ਕਰ ਸਕੇ। ਤੇ ਫਿਰ ਸ਼ੂਦਰ ਹੀ ਕਿਉਂ ਪਰਾਈ ਕਿਰਤ? ਸਾਹਿਬ ਕਹਿੰਦੇ ਮੇਰਾ ਸਿੱਖ ਗੁਰਦੁਆਰੇ ਜਾ ਕੇ ਜੋੜੇ ਸਾਫ਼ ਕਰੇਗਾ, ਦਰੀਆਂ ਝਾੜੇਗਾ, ਲੰਗਰ ਪਕਾਵੇਗਾ, ਦੂਜਿਆਂ ਦੀ ਸੇਵਾ ਵਿੱਚ ਹਾਜ਼ਰ ਹੋਵੇਗਾ। ਇਹ ਗੁਣ ਇੱਕੋ ਮਨੁੱਖ ਦੇ ਅੰਦਰ ਸਤਿਗੁਰਾਂ ਨੇ ਭਰ ਦਿੱਤੇ।
ਤੇ ਨਾਲ ਸਮਝਾ ਦਿੱਤਾ ਕਿ ਮੁਕੰਮਲ ਜੀਵਨ ਉਹ ਹੈ ਜਿਸ ਜੀਵਨ ਦੇ ਵਿੱਚ ਇਹ ਚਾਰੇ ਗੁਣ ਨੇ। ਮਨੂ ਸਿਮਰਤੀ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਵੀ ਉੱਚੀ ਜਾਤ ਵਾਲਾ ਮਨੁੱਖ ਜਾਂ ਬ੍ਰਾਹਮਣ ਕਿੰਨਾ ਵੀ ਮੂਰਖ ਕਿਉਂ ਨਾ ਹੋਵੇ, ਕਿੰਨਾ ਵੀ ਗੁਨਾਹ ਕਿਉਂ ਨਾ ਕਰੀ ਜਾਵੇ, ਉਹਨੂੰ ਫਿਰ ਵੀ ਸ੍ਰੇਸ਼ਟ ਕਹਿਣਾ ਚਾਹੀਦਾ। ਤੇ ਕੋਈ ਗਰੀਬ ਕਿੰਨਾ ਵੀ ਗੁਣਵਾਨ ਕਿਉਂ ਨਾ ਹੋਵੇ, ਕਿੰਨਾ ਵੀ ਭਲੇ ਕਰਮ ਕਿਉਂ ਨਾ ਕਰੇ, ਉਹਨੂੰ ਕਦੇ ਆਦਰ ਸਤਿਕਾਰ ਨਹੀਂ ਦੇਣਾ ਚਾਹੀਦਾ। ਇਹ ਮਨੂ ਸਿਮਰਤੀ ਦੇ ਬੋਲ ਨੇ। ਸੇਵੀਐ ਵਿਪਰ ਗਿਆਨ ਗੁਣਹੀਨਾ, ਸ਼ੂਦਰ ਨਾ ਸੇਵੀਐ ਗਿਆਨ ਪਰਬੀਨਾ। ਪਰ ਮੇਰੇ ਸਤਿਗੁਰੂ ਜੀ ਨੇ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਜੀ ਨੂੰ ਨਵਾਜਣਾ, ਔਰ ਜਪਜੀ ਸਾਹਿਬ ਦੇ ਵਿੱਚ ਆਪਣੇ ਲਈ ਇਹ ਸ਼ਬਦ ਵਰਤਨੇ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਚੌਥੇ ਪਾਤਸ਼ਾਹ ਵੱਲੋਂ ਆਪਣੇ ਲਈ ਇਹ ਸ਼ਬਦ ਵਰਤਨੇ, ਇਹ ਨੀਚ ਕਰਮ ਹਰ ਮੇਰੇ। ਏਡੀ ਵੱਡੀ ਨਿਮਰਤਾ। ਨਹੀਂ ਤਾਂ ਜਿਹੜਾ ਥੋੜ੍ਹੀ ਜਿਹੀ ਸ਼ਕਤੀ ਪ੍ਰਾਪਤ ਕਰ ਲੈਂਦਾ ਸੀ ਉਹ ਕਹਿੰਦਾ ਸੀ ਅਹੰ ਬ੍ਰਹਮ, ਮੈਂ ਸ੍ਰੇਸ਼ਟ ਹਾਂ, ਬਾਕੀ ਸਾਰੇ ਮੇਰੀ ਉਮਤ ਨੇ। ਇੱਥੇ ਕਿਹਾ ਜਾਂਦਾ ਸੀ ਕਿ ਉੱਚੀ ਜਾਤ ਵਾਲਾ ਬ੍ਰਾਹਮਣ ਗਵਾਲਾ ਹੈ, ਬਾਕੀ ਲੋਕ ਕੇਵਲ ਗਊਆਂ ਨੇ। ਵੱਡੇ ਵੱਡੇ ਰਹਿਬਰਾਂ ਵੱਲੋਂ ਕਿਹਾ ਗਿਆ ਕਿ ਉਮਤ ਭੇਡਾਂ ਨੇ, ਮੈਂ ਭੇਡਾਂ ਦਾ ਰਖਵਾਲਾ ਹਾਂ। ਪਰ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਵਰਗਾ, ਗੁਰੂ ਗੋਬਿੰਦ ਸਿੰਘ ਵਰਗਾ ਕੋਈ ਰਹਿਬਰ ਆਉਂਦਾ ਹੈ ਤੇ ਉਹਨਾਂ ਦੇ ਅੰਦਰੋਂ ਇਹ ਆਵਾਜ਼ ਨਿਕਲਦੀ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਸਾਹਿਬ ਕਹਿੰਦੇ ਜੇ ਨੀਚ ਕਹਿਣਾ ਹੈ ਦੂਸਰੇ ਨੂੰ ਨਾ ਕਹੋ, ਆਪਣੇ ਆਪ ਨੂੰ ਕਹੋ। ਔਰ ਵਾਹਦ ਗੁਰੂ ਨਾਨਕ ਸਾਹਿਬ ਜੀ ਐਸੇ ਮਹਾਨ ਮਹਾਂਪੁਰਖ ਨੇ ਜਿਨ੍ਹਾਂ ਨੇ ਆਪਣੇ ਆਪ ਲਈ ਇਹ ਸ਼ਬਦ ਵਰਤਿਆ, ਨਾਨਕ ਨੀਚ ਕਹਿ ਵਿਚਾਰ। ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ ਤੇ ਨੀਚ ਦੇ ਚਿੱਚੇ ਨੂੰ ਵੀ ਔਂਕੜ ਹੈ। ਆਪਾਂ ਵੱਖਰਾ ਵੱਖਰਾ ਕਰਕੇ ਨਹੀਂ ਪੜ੍ਹ ਸਕਦੇ, ਇਕੱਠਾ ਪੜ੍ਹਨਾ ਪਵੇਗਾ। ਨਾਨਕ ਨੀਚ ਕਹਿ ਵਿਚਾਰ, ਭਾਵ ਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਵਾਂ ਆਖਦੇ ਨੇ। ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ, ਨਾਲ ਲੈ ਕੇ ਤੁਰੇ, ਭਾਈ ਦਾ ਦਰਜਾ ਦਿੱਤਾ। ਔਰ ਇੱਥੇ ਤੱਕ ਜੇ ਕਿਸੇ ਨੇ ਪੁੱਛਿਆ ਤੁਹਾਡਾ ਨਿਵਾਸ ਕਿੱਥੇ ਹੈ, ਤੁਹਾਡਾ ਸਾਥ ਕਿੰਨਾ ਨਾਲ ਹੈ, ਤੇ ਸਤਿਗੁਰਾਂ ਦੇ ਬੋਲ ਸਨ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਹੁਣ ਪ੍ਰਮਾਤਮਾ ਦੀ ਇਹ ਅਕਥ ਕਥਾ ਕਿਹੋ ਜੀ ਹੈ ਵੀ ਆਮ ਵਰਨ ਵਾਂਡੇ ਕਹਿੰਦੀ ਸੀ ਵੀ ਫਲਾਣਾ ਇਲਾਕਾ ਮਾੜਾ ਹੈ, ਫਲਾਣੀ ਜਾਤ ਦਾ ਮਨੁੱਖ ਮਾੜਾ ਹੈ, ਫਲਾਣਾ ਇਲਾਕਾ ਚੰਗਾ ਹੈ, ਫਲਾਣੀ ਜਾਤ ਦਾ ਮਨੁੱਖ ਚੰਗਾ ਹੈ। ਪਰ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਅਕਥ ਕਥਾ ਸੁਣੋ ਵੀ ਜਿਨ੍ਹਾਂ ਨੂੰ ਲੋਕੀ ਦੇਵਤੇ ਕਹਿੰਦੇ ਸਨ ਉਹਨਾਂ ਦੇ ਘਰ ਤੇ ਸ਼ਨਿਸ਼ਰ ਪੈਦਾ ਹੋ ਰਿਹਾ। ਸ਼ਨਿਸ਼ਰ ਨਾਲੋਂ ਕੋਈ ਨਖਿੱਧ ਮੰਨਿਆ ਗਿਆ? ਔਰ ਸੂਰਜ ਦੇਵਤੇ ਦੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਸ਼ਨਿਸ਼ਰ ਅੱਤ ਦਾ ਨਖਿੱਧ, ਤੇ ਫਿਰ ਕਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਦੇਵਤਿਆਂ ਦੇ ਘਰ ਦੇਵਤੇ ਪੈਦਾ ਹੁੰਦੇ ਨੇ। ਦੂਸਰੇ ਪਾਸੇ ਦੈਂਤਾਂ ਦੀ ਕੁੱਲ ਵਿੱਚ ਭਗਤ ਪ੍ਰਹਲਾਦ ਪੈਦਾ ਹੋ ਰਿਹਾ, ਜਿਹਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਮਾਰੂ ਥਲ ਵਿੱਚ ਕੌਲ ਫੁੱਲ ਖਿੜਿਆ। ਜਦੋਂ ਮੁਗਲਾਂ ਦੇ ਜ਼ੁਲਮਾਂ ਨੂੰ ਵੇਖ ਕੇ ਸਾਰੇ ਹੀ ਇਹ ਕਹਿ ਰਹੇ ਸਨ ਕਿ ਇਹਨਾਂ ਨੇ ਬਹੁਤ ਵੱਡੇ ਅਪਰਾਧ ਕੀਤੇ, ਤੇ ਉਸ ਵੇਲੇ ਦਾਰਾ ਸ਼ੁਕੋ ਵਰਗੇ ਜਿਨ੍ਹਾਂ ਵੱਲ ਵੇਖ ਕੇ ਗੁਰੂ ਹਰਿਰਾਏ ਮਹਾਰਾਜ ਜੀ ਨੇ ਕਿਹਾ ਸੀ ਇਹ ਮਾਰੂ ਥਲ ਵਿੱਚ ਕੌਲ ਦਾ ਫੁੱਲ ਖਿੜਿਆ ਹੋਇਆ। ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਜ਼ਾਲਮ ਦੇ ਘਰ ਜ਼ਾਲਮ ਹੀ ਪੈਦਾ ਹੋਵੇਗਾ, ਕਿਸੇ ਚੰਗੇ ਮਨੁੱਖ ਦੇ ਘਰ ਕੋਈ ਚੰਗਾ ਹੀ ਪੈਦਾ ਹੋ ਸਕਦਾ? ਕਹਿੰਦੇ ਦੈਂਤਾਂ ਦੇ ਘਰ ਭਗਤ ਪ੍ਰਹਲਾਦ ਪ੍ਰਗਟ ਹੋ ਰਿਹਾ। ਮਥੁਰਾ ਬੜੀ ਪਵਿੱਤਰ ਪੁਰੀ ਆ, ਬੜਾ ਪਵਿੱਤਰ ਸ਼ਹਿਰ ਹੈ, ਪਰ ਕੰਸ ਉੱਥੇ ਹੀ ਰਹਿੰਦੇ ਨੇ। ਲੰਕਾ ਨੂੰ ਅੱਜ ਤੱਕ ਭਾਰਤ ਵਾਸੀ ਨਕਾਰਦੇ ਨੇ, ਪਰ ਭਾਈ ਗੁਰਦਾਸ ਜੀ ਕਹਿੰਦੇ ਲੰਕਾ ਨੂੰ ਮਾੜਾ ਕਹਿਣ ਵਾਲਿਓ, ਰਾਮਚੰਦਰ ਦੇ ਵਿਭੀਖਣ ਸੇਵਕ ਦਾ ਨਿਵਾਸ ਵੀ ਲੰਕਾ ਦੇ ਵਿੱਚ ਹੈ। ਸਮੁੰਦਰ ਨੂੰ ਤੁਸੀਂ ਬੜਾ ਗੰਭੀਰ ਕਹਿੰਦੇ ਹੋ, ਡੂੰਘਾ ਕਹਿੰਦੇ ਹੋ, ਪਰ ਜ਼ਹਿਰ 14 ਰਤਨਾਂ ਦੇ ਸਮੇਤ ਸਮੁੰਦਰ ਵਿੱਚੋਂ ਨਿਕਲਦੀ ਆ। ਤੇ ਜਿਸ ਸੱਪ ਨੂੰ ਨਖਿੱਧ ਕਹਿੰਦੇ ਹੋ, ਕੀਮਤੀ ਮਣੀ ਉਹ ਸੰਭਾਲੀ ਬੈਠਾ। ਕਿਸੇ ਵਰਨ ਇਲਾਕੇ ਕਰਕੇ ਕਿਸੇ ਨੂੰ ਦੀਰਘ ਲਘੂ ਛੋਟਾ ਵੱਡਾ ਨਾ ਕਹੋ। ਇਹ ਪਰਮਾਤਮਾ ਦੀ ਬੜੀ ਬਿਸਮਾਦ ਕਥਾ ਹੈ ਕਿ ਉਹਨੇ ਪਤਾ ਨਹੀਂ ਕਿੱਥੇ ਕਿਹੜਾ ਜੀਵ ਪੈਦਾ ਕਰ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ
ਦੈਂਤ ਸੁਤ ਭਗਤ ਪ੍ਰਗਟ ਪ੍ਰਲਾਦ ਭਏ, ਦੇਵ ਸੁਤ ਜਗ ਮੈਂ ਸਨੀਚਰ ਬਖਾਨੀਐ। ਮੱਧਪੁਰ ਵਾਸੀ, ਮੱਧਪੁਰ ਕਹਿੰਦੇ ਨੇ ਮਥੁਰਾ ਨੂੰ, ਮੱਧਪੁਰ ਵਾਸੀ ਕੰਸ ਅਦਮ ਅਸੁਰ ਭਏ, ਲੰਕਾ ਵਾਸੀ ਸੇਵਕ ਭੀਖਣ ਪਛਾਨੀਐ। ਸਾਗਰ ਗੰਭੀਰ ਵਿਖੇ ਵਿਖਿਆ ਪ੍ਰਗਾਸ ਪਈ, ਵਿਖਿਆ ਕਹਿੰਦੇ ਨੇ ਜ਼ਹਿਰ ਨੂੰ, ਕਹਿੰਦੇ ਤੁਸੀਂ ਸਮੁੰਦਰ ਨੂੰ ਕਹਿੰਦੇ ਗੰਭੀਰ ਹੈ, ਡੂੰਘਾ ਹੈ, 14 ਰਤਨ, ਪਰ ਜ਼ਹਿਰ ਵੀ ਤਾਂ ਸਮੁੰਦਰ ਵਿੱਚੋਂ ਨਿਕਲੀ ਹੈ ਨਾ। ਸਾਗਰ ਗੰਭੀਰ ਵਿਖੇ ਵਿਖਿਆ ਪ੍ਰਗਾਸ ਪਈ, ਇਹ ਮਨ ਸੱਪ ਦੇ ਮਸਤਕ ਤੇ ਇਹ ਮਸਤਕ ਮਨ ਉਦੈ ਉਨਮਾਨੀਐ। ਇਹ ਕਹਿੰਦੇ ਨੇ ਜ਼ਹਿਰੀਲੇ ਸੱਪ ਨੂੰ, ਕਹਿੰਦੇ ਜ਼ਹਿਰੀਲੇ ਸੱਪ ਦੇ ਮੱਥੇ ਵਿੱਚ ਭਾਵ ਉਹਦੇ ਸਿਰ ਵਿੱਚ ਜਿਹੜੀ ਕੀਮਤੀ ਮਣੀ ਹੈ, ਬਰਨ ਸਥਾਨ ਲਗ ਦੀਰਘ ਜਤਨ ਪਰੈ, ਅਕਥ ਕਥਾ ਬਿਨੋਦ ਬਿਸਮ ਨਾ ਜਾਣੀਐ। ਆ ਜੇ ਪਰਮਾਤਮਾ ਦੀ ਅਕਥ ਕਥਾ ਕਿ ਉਹਨੇ ਸ੍ਰੇਸ਼ਟ ਪੁਰੀਆਂ ਦੇ ਵਿੱਚ ਕੰਸ ਵਰਗੇ ਪੈਦਾ ਕੀਤੇ, ਤੇ ਜਿਨ੍ਹਾਂ ਨੂੰ ਲੋਕੀ ਦੈਂਤ ਕਹਿੰਦੇ ਸਨ ਉੱਥੇ ਭਗਤ ਪ੍ਰਹਲਾਦ ਪੈਦਾ ਕਰ ਦਿੱਤਾ। ਆਓ ਬੜੇ ਪਿਆਰ ਸਾਹਿਬ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਪਾਵਨ ਮੁਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਘਰ ਸੇਵਾ ਇੱਕ ਓੰਕਾਰ। ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਹਨ, ਜਿਸ ਨੂੰ ਛੇਵੇਂ ਘਰ ਵਿੱਚ ਗਾਉਣ ਦੀ ਸਤਿਗੁਰਾਂ ਨੇ ਪ੍ਰੇਰਨਾ ਕੀਤੀ ਹੈ। ਸਭ ਤੋਂ ਪਹਿਲਾਂ ਗਰੀਬ ਨਵਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਇਸ਼ਟ ਮੰਨ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਦਾ ਮੰਗਲ ਕੀਤਾ ਕਿ ਪ੍ਰਮਾਤਮਾ ਇੱਕ ਹੈ, ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਉਹ ਸਰਬ ਵਿਆਪਕ ਹੈ ਤੇ ਸਰਬ ਦਾ ਪ੍ਰਕਾਸ਼ਕ ਹੈ, ਭਾਵ ਉਹਦੀ ਹੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਸਤ ਸਰੂਪ ਹੈ। ਇਸ ਕਰਕੇ ਸੱਚੇ ਗੁਰੂ ਦੀ ਕਿਰਪਾ, ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ। ਸਤਿਗੁਰ ਪ੍ਰਸਾਦ ਭਾਵ ਕਿ ਉਹ ਇੱਕ ਹੈ ਤੇ ਗੁਰੂ ਕਿਰਪਾ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਏ। ਇਹ ਭਾਈ ਜਿਨ੍ਹਾਂ ਨੂੰ ਲੋਕੀ ਅਖੌਤੀ ਨੀਵੀਂ ਜਾਤ ਦੇ ਆਖਦੇ ਸਨ, ਵੈਸੇ ਪ੍ਰਮਾਤਮਾ ਦੀ ਨਜ਼ਰ ਵਿੱਚ ਕੋਈ ਉੱਚਾ ਨੀਵਾਂ ਨਹੀਂ, ਕਿਉਂਕਿ ਸਾਰੇ ਇੱਕ ਪਰਮਾਤਮਾ ਦੇ ਬਣਾਏ ਹੋਏ ਜੀਵ ਨੇ। ਜਿਵੇਂ ਅਸੀਂ ਧੁਰ ਕੀ ਬਾਣੀ ਵਿੱਚ ਵੀ ਪੜ੍ਹਦੇ ਹਾਂ, ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇੱਕੋ ਮਿੱਟੀ ਤੋਂ ਪਰਮਾਤਮਾ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਵੱਖਰੇ ਵੱਖਰੇ ਇਹ ਭਾਂਡੇ, ਇਹ ਜੀਵ ਜਿਹੜੇ ਨੇ ਬਣਾਏ ਨੇ। ਤੇ ਜਦੋਂ ਸਾਡੇ ਸਾਰਿਆਂ ਦਾ ਅਸਲਾ ਇੱਕ ਹੈ, ਫਿਰ ਕੌਣ ਮਾੜਾ ਤੇ ਕੌਣ ਚੰਗਾ? ਸਭ ਕਹਿੰਦੇ ਜੇ ਮਾੜਾ ਜਾਂ ਚੰਗੇ ਦਾ ਨਿਰਣਾ ਕਰਨਾ ਉਹ ਉਹਦੇ ਕਰਮਾਂ ਕਰਕੇ ਕਰੋ। ਉੱਤਮ ਸੇਦਰ ਉੱਤਮ ਕਈਆਂ ਨੀਚ ਕਰਮ ਬਹਿ ਰੋਏ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਿਹਦੀ ਜ਼ਿੰਦਗੀ ਵਿੱਚ ਸ਼ੁਭ ਅਮਲ ਨਹੀਂ, ਉਹਨੂੰ ਦੁਖੀ ਹੋਣਾ ਪਵੇਗਾ, ਚਾਹੇ ਉਹ ਕਿਸੇ ਜਾਤ ਨਾਲ ਵੀ, ਬਰਾਦਰੀ ਨਾਲ ਜਾਂ ਇਲਾਕੇ ਨਾਲ ਕਿਉਂ ਨਾ ਸੰਬੰਧ ਰੱਖਦਾ ਹੋਵੇ। ਗੁਰੂ ਗਰੀਬ ਨਵਾਜ ਕਿਰਪਾ ਕਰ ਰਹੇ ਨੇ, ਜਿਨ੍ਹਾਂ ਨੂੰ ਲੋਕੀ ਨੀਵੀਂ ਜਾਤ ਦੇ ਆਖਦੇ ਸਨ। ਵੇਖੋ, ਜਦੋਂ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਉਹਨਾਂ ਨੇ ਪ੍ਰਮਾਤਮਾ ਨੂੰ ਜਪਿਆ, ਉਹਨਾਂ ਨੂੰ ਉੱਤਮ ਪਦਵੀ ਪ੍ਰਾਪਤ ਹੋਈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਇਸੇ ਤਰ੍ਹਾਂ ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ। ਜਾਂ ਸਮੁੱਚੇ ਰੂਪ ਵਿੱਚ ਆਪਾਂ ਕਹਿ ਲਈਏ, ਜਿਸ ਨੀਚ ਕੋ ਕੋਊ ਨਾ ਜਾਣੈ, ਨਾਮ ਜਪਤੋ ਚੌਂ ਕੁੰਟ ਮਾਨੈ, ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਾਈ ਗੁਰਦਾਸ ਜੀ ਕਹਿੰਦੇ, ਦੁਨੀਆ ਦੇ ਲੋਕੋ, ਜੇ ਜਾਤ ਨੂੰ ਆਪਾਂ ਰੇਸ਼ਮ ਦਾ ਕੱਪੜਾ ਮੰਨ ਲਈਏ ਤੇ ਸੱਚਮੁੱਚ ਰੇਸ਼ਮ ਦੇ ਕੱਪੜੇ ਵਿੱਚ ਲਪੇਟੀਆਂ ਹੋਣ ਠੀਕਰੀਆਂ, ਤੇ ਉਹਨਾਂ ਦੀ ਕੋਈ ਕੀਮਤ ਨਹੀਂ ਜੇ। ਤੇ ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤ ਵਾਲੇ ਮੈਲੇ ਕੁਚੈਲੇ ਚੀਥੜੇ ਸਧਾਰਨ ਜਿਹਾ ਕੱਪੜਾ ਮੰਨੀ ਬੈਠੇ ਹੋ, ਜੇ ਕਿਤੇ ਉਹਨਾਂ ਮੈਲੇ ਕੁਚੈਲੇ ਚੀਥੜਿਆਂ ਦੇ ਵਿੱਚ ਕੀਮਤੀ ਲਾਲ ਭਗਤ ਪੈਦਾ ਹੋ ਜਾਣ ਤੇ ਉਹਨਾਂ ਦੀ ਚਾਰਾਂ ਯੁੱਗਾਂ ਦੇ ਵਿੱਚ, ਚਾਰਾਂ ਕੋਨਿਆਂ ਦੇ ਵਿੱਚ ਪ੍ਰਸਿੱਧੀ ਹੋ ਜਾਂਦੀ ਹੈ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਜਿਵੇਂ ਆਸਾ ਦੀ ਵਾਰ ਵਿੱਚ ਜ਼ਿਕਰ ਹੈ
ਕਿ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾਵੇਂ ਉਤਰੈ ਨਾਹੀ ਮੈਲ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਹੜੇ ਬਾਹਰੋਂ ਗੁੱਦੜ ਨੇ, ਟਾਕੀਆਂ ਨੇ, ਲੀਰਾਂ ਨੇ, ਆਮ ਕੋਈ ਉੱਚੀ ਜਾਤ ਨਹੀਂ, ਪਰ ਅੰਦਰੋਂ ਰੇਸ਼ਮ ਬਣ ਗਏ ਪਰਮਾਤਮਾ ਦਾ ਨਾਮ ਜਪ ਕੇ। ਜਿਵੇਂ ਭਗਤ ਰਵਿਦਾਸ ਜੀ ਨੇ ਬਚਨ ਕਹੇ ਨੇ ਕਿ ਤੁਮ ਚੰਦਨ ਹਮ ਇਰੰਡ ਬਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ। ਕਿ ਪ੍ਰਭੂ ਜੇ ਇਹ ਸਾਨੂੰ ਨੀਵੇਂ ਵੀ ਆਖਦੇ ਨੇ ਤੇ ਤੁਸੀਂ ਚੰਦਨ ਹੋ ਤੇ ਅਸੀਂ ਮੰਨ ਲਈਏ ਵੀ ਅਰਿੰਡਾ। ਤੁਹਾਡੀ ਸੰਗਤ ਕਰਕੇ ਅਸੀਂ ਨੀਵਿਆਂ ਤੋਂ ਉੱਚੇ ਬਣ ਗਏ ਤੇ ਇਹ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਕਰਮਕਾਂਡ ਤੇ ਵਹਿਮਾਂ ਭਰਮਾਂ ਵਿੱਚ ਪੈ ਕੇ ਨਖਿੱਧ ਕਰਮ ਕਰੀ ਜਾਂਦੇ ਨੇ। ਇਹ ਅਜੇ ਵੀ ਸ੍ਰੇਸ਼ਟ ਨਹੀਂ ਬਣ ਸਕੇ। ਭਗਤ ਰਵਿਦਾਸ ਜੀ ਨੇ ਸਪਸ਼ਟ ਕੀਤਾ, ਮੈਂ ਤਾਂ ਚਮੜੇ ਦਾ ਕੰਮ ਕਰਦਿਆਂ ਕਰਦਿਆਂ ਸਰੀਰ ਰੂਪੀ ਚਮੜੇ ਤੋਂ ਖਲਾਸੀ ਪ੍ਰਾਪਤ ਕਰ ਲਈ। ਤੇ ਜਿਹੜੇ ਲੋਕ ਆਖਦੇ ਨੇ ਇਹ ਕਾਲਾ ਚਮੜਾ, ਇਹ ਗੋਰਾ ਚਮੜਾ, ਅਜੇ ਵੀ ਉਹ ਆਪਣੇ ਅੰਦਰ ਚਮੜੇ ਦੀ ਬਿਰਤੀ ਲੈ ਕੇ ਬੈਠੇ ਹੋਏ ਨੇ। ਕਿਉਂਕਿ ਚਮਰਟਾ ਗਾਂਠ ਨ ਜਨਈ ਲੋਕ ਗਠਾਵੈ ਪਨਹੀ ਆਰ ਨਹੀਂ ਜੇ ਤੋਪੋ ਨਾ ਹੀ ਰਾਂਬੀ ਠਾਉ ਰੋਪੋ ਲੋਗ ਗਾਂਠ ਗਾਂਠ ਖਰਾ ਬਿਗੂਚਾ ਹੋਂ ਬਿਨ ਗਾਂਠੇ ਜਾਏ ਪਹੁੰਚਾ ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਓ ਨਾ ਹੀ ਕਾਮਾ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਲੋਕੀ ਫਾਲਨ ਕਾਸਟ, ਨੀਵੀਂ ਜਾਤ ਵਾਲੇ ਕਹਿੰਦੇ ਸਨ, ਉਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਵੇਖੋ ਉੱਤਮ ਪਦਵੀ ਪ੍ਰਾਪਤ ਕਰ ਲਈ ਹੈ। ਪੂਛੋ ਬਿਦਰ ਦਾਸੀ ਸੁਤਾ ਕਿਸਨ ਉਤਰਿਆ ਘਰ ਜਿਸ ਜਾਈ। ਸਤਿਗੁਰੂ ਜੀ ਉਹਨਾਂ ਲੋਕਾਂ ਨੂੰ ਉਹਨਾਂ ਦੀ ਉਦਾਹਰਨ ਦੇ ਕੇ ਸਮਝਾ ਰਹੇ ਨੇ ਵੀ ਵੇਖੋ ਤੁਸੀਂ ਉੱਚੀ ਨੀਵੀਂ ਜਾਤ ਦੇ ਵਿਤਕਰੇ ਪਾਉਂਦੇ ਹੋ ਨਾ, ਤੇ ਤੁਹਾਡੇ ਕ੍ਰਿਸ਼ਨ ਜੀ ਬਾਰੇ ਇਹ ਪ੍ਰਸਿੱਧ ਹੈ ਕਿ ਉਹ ਇੱਕ ਦਾਸੀ ਪੁੱਤਰ ਬਿਦਰ ਦੇ ਘਰ ਜਾ ਕੇ ਠਹਿਰੇ ਸਨ। ਉਹਨਾਂ ਨੇ ਦੁਰਯੋਧਨ ਰੂਪੀ ਰਾਜੇ ਜਾਂ ਹੋਰ ਵੱਡੀਆਂ ਵੱਡੀਆਂ ਮਹਿਲ ਮਾੜੀਆਂ ਦੇ ਮਾਲਕ ਜਾਂ ਰਾਜ ਭਾਗ ਦੇ ਮਾਲਕ ਜਾਂ ਉੱਚ ਜਾਤੀ ਵਾਲੇ ਲੋਕਾਂ ਦੀ ਪਰਵਾਹ ਨਾ ਕੀਤੀ। ਜੇ ਸਾਡੇ ਤੇ ਵਿਸ਼ਵਾਸ ਨਹੀਂ ਤੇ ਜਾਓ ਜਾ ਕੇ ਪੁੱਛ ਲਵੋ। ਪੂਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਈ। ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਜੁਲਾਹਾ ਜੁਲਾਹਾ ਕਹਿ ਕੇ ਉੱਚ ਜਾਤੀ ਵਾਲੇ ਭੰਡ ਰਹੇ ਸਨ, ਉਹਨਾਂ ਨੇ ਕਿਹਾ ਠੀਕ ਹੈ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੈ ਹਾਰ, ਪਰ ਮੈਂ ਬਲਹਾਰ ਜਾਵਾਂ ਜਿਸ ਘਰਾਣੇ ਵਿੱਚ ਪੈਦਾ ਹੋ ਕੇ ਮੈਂ ਏਡੀ ਵੱਡੀ ਉੱਚੀ ਪਦਵੀ ਪ੍ਰਾਪਤ ਕਰ ਲਈ। ਕਹਿਣ ਲੱਗੇ ਮੈਨੂੰ ਹੁਣ ਇਸ ਜਾਤ ਦੀ ਵੀ ਕੋਈ ਪਰਵਾਹ ਨਹੀਂ, ਮੈਂ ਤਾਂ ਸਭ ਜਾਤ ਪਾਤ ਦੇ ਬੰਧਨ ਤੋੜ ਦਿੱਤੇ ਨੇ ਪ੍ਰਮਾਤਮਾ ਦੀ ਭਗਤੀ ਕਰਕੇ। ਪਰ ਉਹਨਾਂ ਉਦਾਹਰਨ ਦਿੱਤੀ ਹੈ, ਕਹਿਣ ਲੱਗੇ ਤੁਹਾਡੀ ਇਹ ਸਾਖੀ ਹੈ ਨਾ, ਪੂਰੇ ਸ਼ਬਦ ਵਿੱਚ ਉਹ ਸਾਖੀ ਦਾ ਹਵਾਲਾ ਦੇ ਕੇ ਅਖੀਰਲੀ ਪੰਕਤੀ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਕਹਿਣ ਲੱਗੇ ਤੁਹਾਡੇ ਕ੍ਰਿਸ਼ਨ ਦੀ ਤਾਂ ਇੱਕ ਘਟਨਾ ਹੈ, ਜਿਸ ਰੱਬ ਨੂੰ ਮੈਂ ਮੰਨਦਾ ਉਹ ਕਦੇ ਨੀਵਿਆਂ ਦੀ ਜਾਤ ਨਹੀਂ ਵਿਚਾਰਦਾ, ਕਦੇ ਉੱਚੀ ਜਾਤੀ ਵਾਲਿਆਂ ਦਾ ਡਰ ਨਹੀਂ ਮੰਨਦਾ, ਕਿਸੇ ਦੀ ਉਹ ਪਰਵਾਹ ਨਹੀਂ ਜੇ ਮੰਨਦਾ। ਉਹਨਾਂ ਨੇ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਕਿਹਾ ਸੀ ਨਾ ਕ੍ਰਿਸ਼ਨ ਜੀ ਨੇ ਦੁਰਯੋਧਨ ਨੂੰ, ਰਾਜਨ ਕੌਣ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ ਹਸਤੀ ਦੇਖ ਭਰਮ ਤੇ ਭੂਲਾ ਸ਼੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ। ਇੱਥੇ ਤੱਕ ਉਹਨਾਂ ਦੀ ਸਾਖੀ ਦਾ ਹਵਾਲਾ ਹੈ। ਤੇ ਅੱਗੇ ਫਿਰ ਜ਼ਿਕਰ ਕੀਤਾ, ਕਹਿਣ ਲੱਗੇ ਕਬੀਰ ਕੋ ਠਾਕਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਤੁਹਾਡੇ ਕ੍ਰਿਸ਼ਨ ਦੀ ਤੇ ਇੱਕ ਸਾਖੀ ਹੈ, ਪਰ ਜਿਹੜਾ ਕਬੀਰ ਦਾ ਠਾਕਰ ਹੈ ਨਾ ਬੜਾ ਆਨੰਦ ਬਨੋਦੀ ਹੈ। ਉਹ ਕਦੇ ਕਿਸੇ ਦੀ ਜਾਤ ਨਹੀਂ ਵਿਚਾਰਦਾ, ਉਹ ਹਮੇਸ਼ਾ ਗਰੀਬ ਨਵਾਜ ਹੈ। ਕਹਿੰਦੇ ਜਿਸ ਰੱਬ ਨਾਲ ਮੈਂ ਜੁੜਿਆ ਨਾ ਉਹ ਤੇ ਸਦਾ ਹੀ ਗਰੀਬ ਨਵਾਜ ਹੈ। ਕਬੀਰ ਕੋ ਠਾਕਰ ਆਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ। ਬੜਾ ਰੁੱਖਾ ਹੋ ਕੇ ਦੁਰਯੋਧਨ ਕਹਿਣ ਲੱਗਾ ਕਿ ਤੁਸੀਂ ਸਾਡੇ ਮਹੱਲ ਛੱਡ ਕੇ ਤੇ ਇੱਕ ਗਰੀਬ ਬਿਦਰ ਦੇ ਘਰ ਜਾ ਕੇ ਰਾਤ ਕੱਟੀ। ਜੇ ਸਾਡੇ ਘਰ ਨਹੀਂ ਸੀ ਆਉਣਾ, ਭੀਖਮ ਦਰੋਣਾ ਕਰਨ ਵੱਡੇ ਵੱਡੇ ਸਭਾ ਦੇ ਜਿਹੜੇ ਮੁਖੀਏ ਸ਼ਿੰਗਾਰ ਸਨ ਉਹਨਾਂ ਦੇ ਘਰ ਜਾ ਕੇ ਰਾਤ ਕੱਟ ਲੈਣੀ ਸੀ। ਇੱਕ ਝੁੱਗੀ ਵੇ ਜਾ ਕੇ ਰਾਤ ਕੱਟੀ। ਸਾਰਿਆਂ ਦੇ ਮਨ ਅੰਦਰ ਧੁਖ ਧੁਖੀ ਹੈ ਵੀ ਇਹ ਕੀ ਕਰ ਦਿੱਤਾ। ਤੇ ਅੱਗੋਂ ਉੱਤਰ ਮਿਲਿਆ, ਕਹਿਣ ਲੱਗੇ ਤੇਰੇ ਪ੍ਰੇਮ ਨਹੀਂ ਸੀ ਦਿਸਦਾ ਤੇ ਮੈਨੂੰ ਕੋਈ ਬਿਪਤਾ ਨਹੀਂ ਸੀ ਵੀ ਮੈਂ ਤੇਰੇ ਮਹੱਲਾਂ ਵਿੱਚ ਆ ਕੇ ਦੁਖੀ ਹੁੰਦਾ, ਕਿਉਂਕਿ ਉੱਥੇ ਤੇ ਸਾਰੀ ਰਾਤ ਗੁਣ ਗਾਉਂਦਿਆਂ ਬਤੀਤ ਹੋਈ। ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕਹੇ, ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ ਕਿਤ ਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ।
ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਆਇਆ ਸੁਣਿਆ ਬਿਦਰਦਾ, ਬੋਲੇ ਦਰਜੋਦਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ। ਕੀ ਸੁੱਖ ਮਿਲਿਆ ਤੈਨੂੰ? ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੰਗੀ ਜਾਏ ਵਲਾਇਓਨ ਸਭਨਾ ਦੇ ਜੀ ਅੰਦਰ ਧੁੱਖਾ। ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨਾ ਦਿਸਈ ਮੇਰੇ ਨਾਹੀ ਅਪਦਾ ਦੁੱਖਾ। ਭਾਉ ਜਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ। ਤੇ ਭਾਈ ਗੁਰਦਾਸ ਜੀ ਕਹਿੰਦੇ, ਗੋਬਿੰਦ ਭਾਉ ਭਗਤ ਕਾ ਭੁੱਖਾ। ਜਿਵੇਂ ਕ੍ਰਿਸ਼ਨ ਜੀ ਨੇ ਰਾਜੇ ਮਹਾਰਾਜਿਆਂ ਨੂੰ ਛੱਡ ਕੇ ਬਿਦਰ ਦੇ ਘਰ ਜਾ ਕੇ ਰਾਤ ਕੱਟੀ, ਪਰਮਾਤਮਾ ਤੇ ਸਦਾ ਹੀ ਪ੍ਰੇਮ ਦਾ ਭੁੱਖਾ ਹੈ, ਉਹਨੂੰ ਪ੍ਰੇਮ ਨਾਲ ਕੋਈ ਯਾਦ ਕਰ ਲਵੇ। ਕਿਉਂਕਿ ਭਾਈ ਗੁਰਦਾਸ ਦੀਆਂ ਵਾਰਾਂ ਪੌੜੀਆਂ ਨੇ, ਤੇ ਪੌੜੀ ਦੀ ਅਖੀਰਲੀ ਤੁਕ ਦੇ ਵਿੱਚ ਜਿਹੜਾ ਅੰਤਰੀਵ ਭਾਵ ਹੁੰਦਾ, ਗੋਬਿੰਦ ਭਾਉ ਭਗਤ ਕਾ ਭੁੱਖਾ। ਕਹਿੰਦੇ ਪਰਮਾਤਮਾ ਦੀ ਤਾਂ ਸਦਾ ਹੀ ਇਹ ਅਕਥ ਕਥਾ ਹੈ ਵੀ ਉਹ ਤੇ ਹੈ ਹੀ ਗਰੀਬ ਨਵਾਜ, ਉਹਨੂੰ ਕਿਸੇ ਰਾਜੇ ਦੀ ਵੀ ਪਰਵਾਹ ਨਹੀਂ, ਉਹਨੂੰ ਕਿਸੇ ਦੀ ਜਾਤ ਹੰਕਾਰ ਦਾ ਵੀ ਪਰਵਾਹ ਨਹੀਂ, ਉਹ ਕਿਸੇ ਤੋਂ ਨਹੀਂ ਜੇ ਡਰਦਾ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵ ਚਾਰ ਕੇ ਝੂਠੇ ਕਰਤ ਦਿਵਾਜਾ। ਇਸ ਕਰਕੇ ਸਾਹਿਬ ਕਹਿ ਰਹੇ ਨੇ, ਵੇਖੋ ਮੇਰੇ ਮਾਲਕ ਦੀ ਕਿਹੋ ਜੀ ਅਕਥ ਕਥਾ ਹੈ। ਹਰ ਕੀ ਅਕਥ ਕਥਾ ਸੁਨਹੁ ਜਨ ਭਾਏ, ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਇਸ ਲਈ ਪਰਮਾਤਮਾ ਦੀ ਅਕਥ ਕਥਾ, ਹੈ ਸੱਜਣੋ, ਹੈ ਪਿਆਰੇ, ਹਰੀ ਦੇ ਸੇਵਕੋ ਸੁਣਨੀ ਕਰੋ, ਕਿਉਂਕਿ ਇਹ ਜਿਹੜੀ ਸਿਫਤ ਸਲਾਹ ਹੈ, ਇਹਨੂੰ ਸੁਣਨ ਦੇ ਨਾਲ ਜਿਤ ਸਹਸਾ ਭਾਵ ਸਾਰੇ ਸਹਿਮ, ਦੁਖ ਭੂਖ ਦੁੱਖ ਤੇ ਭੁੱਖ ਸਭ ਲੈ ਜਾਏ, ਕਹਿੰਦੇ ਜ਼ਿੰਦਗੀ ਵਿੱਚੋਂ ਸਮਾਪਤ ਹੋ ਜਾਂਦੇ ਹਨ। ਰਹਾਉ ਭਾਵ ਇਹਨਾਂ ਪਾਵਨ ਤੁਕਾਂ ਵਿੱਚ ਸਤਿਗੁਰੂ ਜੀ ਨੇ ਸ਼ਬਦ ਦਾ ਅੰਤਰੀ ਭਾਵ ਅੰਕਿਤ ਕੀਤਾ ਹੈ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਭਗਤ ਰਵਿਦਾਸ ਜੀ ਜਿਹੜੇ ਚਮਾਰ ਕਿਰਤ ਦੇ ਨਾਲ ਸੰਬੰਧਿਤ ਸਨ, ਜਦੋਂ ਉਹਨਾਂ ਨੇ ਪਸ਼ੂਆਂ ਦੀ ਢੋਆ ਢੁਆਈ ਕਰਦਿਆਂ, ਚਮੜੇ ਦਾ ਕੰਮ ਕਰਦਿਆਂ ਪਰਮਾਤਮਾ ਦੀ ਉਸਤਤ ਕੀਤੀ, ਇੱਕ ਨਿਮਖ ਜਿੰਨਾ ਸਮਾਂ ਪਰਮਾਤਮਾ ਦੀ ਕੀਰਤੀ ਗਾ ਕੇ ਕੀ ਪ੍ਰਾਪਤ ਹੋਇਆ, ਅੱਗੇ ਜ਼ਿਕਰ ਕਰਦੇ ਹਨ ਸਤਿਗੁਰੂ ਜੀ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਪਤਿਤ ਜਾਤ ਜਿਹਨੂੰ ਲੋਕੀ ਫਾਲਨ ਕਾਸਟ ਕਹਿੰਦੇ ਸਨ, ਉਹ ਵੇਖੋ ਉੱਤਮ ਪਦਵੀ ਨੂੰ ਪ੍ਰਾਪਤ ਕਰਕੇ ਭਗਤ ਰਵਿਦਾਸ ਜੀ ਮਹਾਂਪੁਰਖ ਬਣ ਗਏ। ਚਾਰ ਵਰਨ ਪਏ ਪਗ ਆਏ, ਚਾਰੇ ਵਰਨਾਂ ਦੇ ਲੋਕ ਆ ਕੇ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਪੈ ਗਏ। ਹੁਣ ਭਗਤ ਰਵਿਦਾਸ ਜੀ ਨੇ ਵੀ ਆਪ ਵੀ ਸਪਸ਼ਟ ਕੀਤਾ, ਕਹਿਣ ਲੱਗੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਹੇ ਬਨਾਰਸ ਵਾਸੀਓ, ਹੇ ਨਗਰ ਦੇ ਰਹਿਣ ਵਾਲੇ ਲੋਕੋ, ਮੇਰੀ ਪ੍ਰਗਟ ਤੌਰ ਤੇ ਪ੍ਰਤੱਖ ਮੇਰੀ ਜਿਹੜੀ ਕਿਰਤ ਹੈ ਉਹ ਚਮੜੇ ਦੀ ਹੈ, ਪਰ ਮੈਂ ਹਿਰਦੇ ਦੇ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਇਸ ਕਰਕੇ ਮੈਂ ਪਰਮਾਤਮਾ ਦੇ ਗੁਣ ਗਾ ਗਾ ਕੇ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਵੀ ਜੇ ਮੰਨ ਲਿਆ ਜਾਵੇ ਉੱਚੀ ਜਾਤ ਗੰਗਾ ਦਾ ਜਲ ਹੈ, ਤੇ ਉੱਚੀ ਜਾਤ ਦਾ ਹੰਕਾਰ ਜਿਹੜਾ, ਮਾੜੇ ਕਰਮ ਜਿਹੜੇ ਨੇ ਉਹ ਸ਼ਰਾਬ ਦੀ ਤਰ੍ਹਾਂ ਨੇ, ਤੇ ਤੁਸੀਂ ਆਪ ਹੀ ਮੰਨਦੇ ਹੋ ਨਾ ਕਿ ਸ਼ਰਾਬ ਗੰਗਾ ਦੇ ਜਲ ਤੋਂ ਵੀ ਤਿਆਰ ਹੋਵੇ, ਤੇ ਜਿਹੜੇ ਮਹਾਂਪੁਰਖ ਨੇ ਇਹਨੂੰ ਪ੍ਰਵਾਨ ਨਹੀਂ ਕਰਦੇ, ਕਿਉਂਕਿ ਸ਼ਰਾਬ ਦਾ ਅਰਥ ਹੀ ਆਪ ਕਹਿੰਦੇ ਨੇ ਪਾਣੀ ਨੂੰ, ਤੇ ਸ਼ਰ ਕਹਿੰਦੇ ਨੇ ਸ਼ਰਾਰਤ ਨੂੰ। ਸ਼ਰਾਰਤ ਦਾ ਪਾਣੀ ਭਾਵ ਜਿਹੜੇ ਮਹਾਂਪੁਰਖ ਪ੍ਰਭੂ ਪਿਆਰੇ ਨੇ, ਉਹ ਤਾਂ ਕੇਵਲ ਅਮਲ ਪ੍ਰਸ਼ਾਦੇ ਦਾ ਰੱਖਦੇ ਨੇ, ਆਤਮਿਕ ਤੌਰ ਤੇ ਅਮਲ ਉਹਨਾਂ ਨੂੰ ਪਰਮਾਤਮਾ ਦੀ ਬੰਦਗੀ ਦਾ ਹੈ। ਇਹੀ ਨੁਕਤਾ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ, ਜੋਗੀਓ, ਵੀ ਜੇ ਤੁਸੀਂ ਭੰਗ ਪੀਣ ਵਾਲੇ, ਤੁਸੀਂ ਸ਼ਰਾਬ ਦਾ ਸੇਵਨ ਕਰਨ ਵਾਲੇ, ਤੁਸੀਂ ਧਰਮੀ ਹੋ, ਤੇ ਧਰਮੀ ਕਿਹਨਾਂ ਨੂੰ ਕਵਾਂਗੇ? ਜੇ ਅੱਜ ਸੱਚਮੁੱਚ ਕਈ ਧਾਰਮਿਕ ਸਥਾਨ ਐਸੇ ਨੇ ਜਿੱਥੇ ਨਸ਼ਿਆਂ ਨੂੰ ਪ੍ਰਸ਼ਾਦ ਕਹਿ ਕੇ ਕਿਹਾ ਜਾਂਦਾ ਵੀ ਇੱਥੇ ਤੁਸੀਂ ਆਹ ਨਸ਼ਾ ਚੜਾਓ ਤੇ ਆਹ ਮਨੋਕਾਮਨਾ ਪੂਰੀ ਹੋਵੇਗੀ, ਜੇ ਉਹ ਮਸਤ ਫਕੀਰ ਨੇ, ਜੇ ਉਹ ਮਹਾਂਪੁਰਖ ਨੇ, ਜੇ ਉਹ ਭਗਤ ਨੇ, ਤੇ ਆਪਾਂ ਪਾਪੀ ਕਿਹਨਾਂ ਨੂੰ ਕਵਾਂਗੇ? ਇਹ ਪਿਆਕੜ ਲੋਕਾਂ ਦੀ ਕਾਢ ਹੈ ਵੀ ਉਹਨਾਂ ਥਾਵਾਂ ਨੂੰ ਤੁਸੀਂ ਨਸ਼ਿਆਂ ਨਾਲ ਜੋੜ ਦਿਓ ਤੇ ਸਾਡਾ ਵੀ ਉੱਥੇ ਹਲਵਾ ਮੰਡਾ ਚੱਲਦਾ ਰਹੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਕੈਸੇ ਜੋਗੀ ਹੋ, ਕਿਹੜੀ ਖੁਮਾਰੀ ਦੀ ਤੁਸੀਂ ਗੱਲ ਕਰਦੇ ਹੋ? ਰਾਤ ਨੂੰ ਖੁਮਾਰੀ ਚੜ੍ਹਦੀ, ਦਿਨੇ ਉਤਰ ਜਾਂਦੀ ਹੈ। ਪਰਮੇਸ਼ਰ ਦੇ ਨਾਮ ਨਾਲ ਜੁੜੋ, ਦਿਨੇ ਰਾਤ ਮਤਵਾਲੇ ਰਹੋਗੇ। ਇੰਨਾ ਸਮਾਂ ਨਹੀਂ ਕਿ ਮੈਂ ਇਸ ਪਾਸੇ ਜਾਵਾਂ। ਰਹਿਤਨਾਮਿਆਂ ਵਿੱਚ ਵੀ, ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਸਾਹਿਬ ਜੀ ਨੇ
ਨਸ਼ਿਆਂ ਤੋਂ ਵਿਵਰਜਿਤ ਕੀਤਾ। ਮਦਰਾ ਦੈਤਾ ਏਕ ਕੁੱਲ, ਜਿਸ ਘਰ ਵਿੱਚ ਸ਼ਰਾਬ ਆ ਜਾਵੇ ਉਹਦੀ ਇੱਕ ਕੁੱਲ ਗਰਕ ਹੋ ਜਾਂਦੀ ਹੈ। ਮਦਰਾ ਦੈਤਾ ਏਕ ਕੁੱਲ, ਭਾਂਗ ਦਹੈ ਤਨ ਏਕ। ਜਿਹੜਾ ਸਰੀਰ ਭੰਗ ਨਾਲ ਜੁੜ ਗਿਆ ਉਹ ਭੰਗ ਦੇ ਪਹਾੜੇ ਗਿਆ, ਆਪਾਂ ਕਹਿੰਦੇ ਆ ਬੰਦਾ ਭੰਗੜ ਹੋ ਗਿਆ। ਮਦਰਾ ਦੈਤਾ ਏਕ ਕੁੱਲ, ਭਾਂਗ ਦਹੈ ਤਨ ਏਕ। ਜਗਤ ਜੂਠ ਦਹੈ ਸਪਤ ਕੁੱਲ। ਜਗਤ ਜੂਠ, ਤਮਾਕੂ ਜਿਸ ਕੁੱਲ ਵਿੱਚ ਆ ਗਿਆ, ਹੁੱਕਾ ਪੀਣ ਵਾਲੇ, ਬੀੜੀਆਂ ਪੀਣ ਵਾਲੇ, ਤਮਾਕੂ ਖਾਣ ਵਾਲੇ, ਉਹਨਾਂ ਦੀਆਂ ਸੈਂਕੜੇ ਕੁੱਲਾਂ ਤੱਕ ਖਤਰਾ ਬਣ ਜਾਂਦਾ ਕੈਂਸਰ ਵਰਗੇ ਰੋਗ ਦਾ। ਅੱਜ ਸਾਲ ਵਿੱਚ ਇੱਕ ਦਿਨ ਤਮਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। ਭਾਵ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਸੀ, ਨਿੰਦਾ ਦਹੈ ਅਨੇਕ, ਕਿਸੇ ਦੀ ਨਿੰਦਿਆ ਕਰਨੀ, ਬਤਕੋਈ ਕਰੀ ਜਾਣੀ, ਐਵੇਂ ਹੀ ਆਪਣੇ ਆਪ ਨੂੰ ਵਿਹਲਾ ਰੱਖ ਕੇ ਤੇ ਦੂਜਿਆਂ ਦੀ ਨੁਕਤਾਚੀਨੀ ਵਾਲੇ ਪਾਸੇ ਸਮਾਂ ਬਰਬਾਦ ਕਰੀ ਜਾਣਾ। ਸੱਥਾਂ ਵਿੱਚ ਬੈਠ ਕੇ ਤਾਸ਼ ਖੇਡੀ ਜਾਣੀ, ਫਲਾਣਾ ਕਿੱਧਰ ਨੂੰ ਗਿਆ ਜੀ, ਉਹ ਕਿਹੜੇ ਪਾਸੇ ਤੁਰ ਪਿਆ, ਸਾਰਾ ਸਮਾਂ ਐਵੇਂ ਬਰਬਾਦ ਕਰਨਾ ਕਹਿੰਦੇ ਅਨੇਕਾਂ ਕੁੱਲਾਂ ਗਰਕ ਕਰਨ ਦੇ ਤੁੱਲ ਹੈ। ਹੁਣ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਇੱਕ ਸਿੱਖਿਆ ਦਿੱਤੀ ਹੈ, ਕਹਿਣ ਲੱਗੇ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ। ਗੰਗਾ ਦੇ ਜਲ ਤੋਂ ਵੀ ਸ਼ਰਾਬ ਤਿਆਰ ਕੀਤੀ ਹੋਵੇ, ਸੰਤ ਜਨ ਕਰਤ ਨਹੀਂ ਪਾਨੰ, ਪਰ ਪ੍ਰਭੂ ਪਿਆਰੇ ਉਹਨੂੰ ਪ੍ਰਵਾਨ ਨਹੀਂ ਕਰਦੇ, ਉਹਨੂੰ ਪੀਂਦੇ ਨਹੀਂ। ਦੂਸਰੇ ਪਾਸੇ ਭਗਤ ਰਵਿਦਾਸ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਸੁਰਾ ਅਪਵਿੱਤਰ ਨਤ ਅਵਰ ਜਲ ਰੇ। ਸੁਰਸਰੀ ਮਿਲਤ ਹੋਏ ਨਾ ਆਨੰਗ। ਇਹ ਤੁਸੀਂ ਮੰਨਦੇ ਹੋ ਕਿ ਜੇ ਸ਼ਰਾਬ ਵਰਗਾ ਨਖਿੱਧ ਨਸ਼ਾ ਜਾਂ ਕੋਈ ਗੰਦਾ ਪਾਣੀ ਚੁੱਕ ਕੇ ਗੰਗਾ ਵਿੱਚ ਪਾ ਦਈਏ ਤੇ ਉਹ ਗੰਗਾ ਦਾ ਰੂਪ ਹੋ ਜਾਂਦਾ ਹੈ। ਜੇ ਨੀਵੀਂ ਜਾਤ ਨੂੰ ਤੁਸੀਂ ਨਖਿੱਧ ਮੰਨਦੇ ਹੋ ਤੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਕੋਈ ਪਰਮਾਤਮਾ ਨਾਲ ਜੁੜ ਗਿਆ, ਉਹ ਤਾਂ ਪਰਮਾਤਮਾ ਦਾ ਰੂਪ ਬਣ ਗਿਆ, ਤੇ ਤੁਸੀਂ ਉੱਚੀ ਜਾਤ ਰੂਪੀ ਗੰਗਾ ਜਲ ਆਪਣੇ ਆਪ ਨੂੰ ਪਵਿੱਤਰ ਮੰਨਣ ਵਾਲੇ ਕੰਮ ਕਰਦੇ ਹੋ ਸ਼ਰਾਬ ਵਰਗੇ ਨਖਿੱਧ, ਹੰਕਾਰ ਕਰਦੇ ਹੋ ਜਾਤ ਦਾ, ਤੇ ਫਿਰ ਸੱਚਮੁੱਚ ਗੰਗਾ ਵਰਗੇ ਜਲ ਤੋਂ ਵੀ ਤਿਆਰ ਕੀਤੀ ਹੋਈ ਸ਼ਰਾਬ ਤੇ ਆਖਰ ਨਸ਼ਾ ਹੀ ਹੈ ਨਾ। ਜਿਵੇਂ ਜ਼ਹਿਰ ਕੋਈ ਖਾ ਲਵੇ, ਮੋਹਰਾ ਚੱਖ ਕੇ ਮਾਰੀਐ, ਮਾਰੇ ਪਾਤਸ਼ਾਹ ਸਹਿਸਾਈ। ਸਾਹਿਬ ਕਹਿੰਦੇ ਜ਼ਹਿਰ ਗਰੀਬ ਖਾ ਲਵੇ, ਅਮੀਰ ਖਾ ਲਵੇ, ਰਾਜਾ ਖਾ ਲਵੇ, ਕੰਗਾਲ ਖਾ ਲਵੇ, ਗਿਆਨੀ ਖਾ ਲਵੇ, ਮੂਰਖ ਖਾ ਲਵੇ, ਜ਼ਹਿਰ ਹਰ ਇੱਕ ਨੂੰ ਮਾਰਦੀ ਹੈ। ਮਾੜੇ ਕਰਮ ਹਰ ਇੱਕ ਲਈ ਮਾੜੇ ਨੇ। ਇਹ ਨਹੀਂ ਕਹਿਣਾ ਚਾਹੀਦਾ ਕਿ ਜੇ ਗਰੀਬ ਨੇ ਕੀਤਾ ਤੇ ਉਹਦਾ ਮਾੜਾ ਕਰਮ ਹੋਰ ਤਰ੍ਹਾਂ ਦਾ, ਜੇ ਅਮੀਰ ਨੇ ਕੀਤਾ ਤੇ ਉਹਦਾ ਹੋਰ ਤਰ੍ਹਾਂ ਦਾ, ਜੇ ਘੱਟ ਗਿਣਤੀ ਨੇ ਕੀਤਾ ਤੇ ਉਹਦਾ ਕਰਮ ਹੋਰ ਤਰ੍ਹਾਂ ਦਾ, ਵੱਧ ਗਿਣਤੀ ਨੇ ਕੀਤਾ ਤੇ ਉਹ ਪਵਿੱਤਰ ਹੈ। ਨਹੀਂ, ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਤੇ ਉਹਨੂੰ ਆਪਾਂ ਅਰਾਜਕਤਾ ਕਹਿ ਸਕਦੇ ਹਾਂ। ਆ ਕਰੋਨੇ ਦੀ ਗੱਲ ਕਰ ਲਈਏ, ਘੱਟ ਗਿਣਤੀਆਂ ਨੂੰ ਹੋਇਆ ਤੇ ਕਰੋਨਾ ਮੁਸਲਮਾਨ, ਕਰੋਨਾ ਸਿੱਖ, ਤੇ ਜਦੋਂ ਕਿਤੇ ਵੱਡੀਆਂ ਹਸਤੀਆਂ ਨੂੰ, ਜਦੋਂ ਕਿਤੇ ਉੱਚ ਜਾਤੀ ਵਾਲਿਆਂ ਨੂੰ ਜਾਂ ਕਿਤੇ ਬਹੁ ਗਿਣਤੀ ਵਾਲਿਆਂ ਨੂੰ ਹੋਵੇ, ਉਦੋਂ ਕਰੋਨਾ ਪਵਿੱਤਰ ਹੈ। ਪਰ ਇਹ ਐਸੀ ਗੱਲ ਨਹੀਂ ਆ, ਕਰੋਨਾ ਕਰੋਨਾ ਹੀ ਆ, ਕਿਸੇ ਨੂੰ ਹੋ ਜਾਵੇ। ਇਹ ਕਿਸੇ ਜਾਤ ਨਾਲ, ਇਹ ਅਦਾਲਤਾਂ ਵੱਲੋਂ ਵੀ ਕਿਹਾ ਗਿਆ ਕਿ ਕਰੋਨੇ ਨੂੰ ਇਸ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ ਵੀ ਇਹ ਕਿਸੇ ਧਰਮ ਨਾਲ ਜਾਂ ਕਿਸੇ ਜਾਤ ਨਾਲ, ਕਿਸੇ ਕਮਿਊਨਿਟੀ ਨਾਲ ਜਾਂ ਕਿਸੇ ਇਲਾਕੇ ਨਾਲ ਸੰਬੰਧਿਤ ਹੈ। ਨਹੀਂ, ਇਹ ਤੇ ਇੱਕ ਬਿਮਾਰੀ ਹੈ। ਇਸੇ ਤਰ੍ਹਾਂ ਜਦੋਂ ਜਾਤ ਪਾਤ ਦੀ ਗੱਲ ਹੋ ਰਹੀ ਸੀ ਤੇ ਭਗਤ ਰਵਿਦਾਸ ਜੀ ਨੇ ਉਦਾਹਰਨਾਂ ਦੇ ਕੇ ਸਮਝਾਇਆ, ਕਹਿਣ ਲੱਗੇ ਤਰ ਤਾਰ ਅਪਵਿੱਤਰ ਕਰ ਮਾਨੀਆ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਤਾੜੀ ਦਾ ਦਰਖਤ ਬੜਾ ਨਖਿੱਧ ਹੈ, ਪਰ ਉਹਦੇ ਤੋਂ ਜਦੋਂ ਕਾਗਜ਼ ਤਿਆਰ ਕੀਤਾ ਜਾਵੇ, ਭਗਤ ਭਗਉਤ ਲਿਖਿਆ ਤੇ ਉਪਰੇ ਪੂਜਿਆ ਕਰ ਨਮਸਕਾਰ। ਜਦੋਂ ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਲੋਕ ਲਿਖੇ ਜਾਣ, ਲੋਕੀ ਮੱਥਾ ਟੇਕਦੇ ਨੇ, ਪੂਜਦੇ ਨੇ। ਉਹਨਾਂ ਨੇ ਇਹ ਗੱਲ ਪ੍ਰਵਾਨ ਕੀਤੀ, ਕਹਿਣ ਲੱਗੇ ਮੇਰੀ ਜਾਤ ਕੁੱਟ ਬਾਂਡਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਮੇਰੀ ਜਾਤ, ਮੇਰੀ ਬਰਾਦਰੀ ਦੇ ਲੋਕ ਪਸ਼ੂਆਂ ਦੀ ਢੋਆ ਢਵਾਈ ਕਰਦੇ ਨੇ, ਚਮੜੇ ਦੀ ਕਿਰਤ ਕਰਦੇ ਨੇ। ਪਰ ਜਦੋਂ ਮੈਂ ਪਰਮੇਸ਼ਰ ਦਾ ਨਾਮ ਜਪਿਆ ਤੇ ਕਹਿਣ ਲੱਗੇ ਅਬ ਵਿਪਰ ਪ੍ਰਧਾਨ ਤੇ ਕਰੈ ਡੰਡਾਉਤ, ਤੇਰਾ ਨਾਮ ਸ਼ਰਨਾਏ ਰਵਿਦਾਸ ਦਾਸਾ। ਪ੍ਰਮੁੱਖ ਮੁਖੀ ਬ੍ਰਾਹਮਣ ਜਿਹੜਾ ਉਹ ਆਪਣੇ ਚਾਰੇ ਵਰਨਾਂ ਦੇ ਸਮੇਤ ਆ ਕੇ ਭਗਤ ਰਵਿਦਾਸ ਜੀ ਦੇ ਚਰਨਾਂ ਨਾਲ ਜੁੜ ਗਿਆ, ਕਿਉਂਕਿ ਪਰਮੇਸ਼ਰ ਦੇ ਨਾਮ ਨੂੰ ਜਪਿਆ ਗਿਆ। ਨਾਮ ਦੀ ਇਹ ਵਡਿਆਈ ਹੈ। ਸਾਹਿਬ ਕਿਰਪਾ ਕਰਨੇ ਪਤਤ ਜਾਤ ਉਤਮ ਭਇਆ, ਚਾਰ ਵਰਨ ਪਏ ਪਾ ਗਾਏ। ਭਗਤ ਰਵਿਦਾਸ ਜੀ ਦੇ ਚਰਨਾਂ ਤੇ ਚਾਰੇ ਵਰਨਾਂ ਦੇ ਲੋਕ ਆ ਕੇ ਪੈ ਗਏ। ਨਾਮ ਦੇ ਪ੍ਰੀਤ ਲਗੀ ਹਰ ਸਿਤੀ, ਲੋਕ ਸ਼ੀਪਾ ਕਹੈ ਬੁਲਾਈ। ਭਗਤ ਨਾਮਦੇਵ ਜੀ, ਜਿਨ੍ਹਾਂ ਨੂੰ ਲੋਕੀ ਸ਼ੀਂਬਾ ਸ਼ੀਂਬਾ ਕਹਿ ਕੇ ਬੁਲਾਉਂਦੇ ਸਨ, ਜਦੋਂ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਜੁੜੀ। ਖੱਤਰੀ ਬ੍ਰਾਹਮਣ ਪੇਠ ਦੇ ਛੋਡੇ,
ਹਰ ਨਾਮ ਦਿਓ ਲਿਆ ਮੁਖ ਲਾਈ। ਖੱਤਰੀ ਬ੍ਰਾਹਮਣਾਂ ਵਾਲੇ ਪਾਸੇ ਤਾਂ ਪਿੱਠ ਕਰ ਦਿੱਤੀ ਤੇ ਪ੍ਰਮਾਤਮਾ ਨੇ ਭਗਤ ਨਾਮਦੇਵ ਜੀ ਵਾਲੇ ਪਾਸੇ ਮੁਖ ਕੀਤਾ, ਭਾਵ ਆਪਣੇ ਮੱਥੇ ਲਾਇਆ, ਆਪਣਾ ਦਰਸ਼ਨ ਦਿੱਤਾ, ਭਾਵ ਹੰਕਾਰੀਆਂ ਨਿੰਦਕਾਂ ਵੱਲ ਆਪਣੀ ਪਿਛਾੜੀ ਕਰ ਲਈ ਤੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦੇ ਕੇ ਨਵਾਜਿਆ, ਉਹਦੇ ਵੱਲ ਮੁਖ ਕੀਤਾ। ਜਿਵੇਂ ਆਪਾਂ ਰੋਜ਼ ਇਹ ਸਰਵਣ ਕਰਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਭਗਤ ਨਾਮਦੇਵ ਜੀ ਨੇ ਵੀ ਇਹ ਪ੍ਰਵਾਨ ਕੀਤਾ, ਕਹਿਣ ਲੱਗੇ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ ਇਹ ਭ੍ਰਮ ਜੋ ਹੈ, ਮੁਝ ਉੱਪਰ ਸਭ ਕੋਪਲਾ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਇਹ ਪੰਡਿਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਦੀ ਹੋਇਲਾ। ਤੂੰ ਜੋ ਦਿਆਲ ਕਿਰਪਾਲ ਕਹੀਤ ਹੈ, ਅਤ ਭੁਜ ਭਇਓ ਅਪਾਰਲਾ। ਫੇਰ ਦਿਆ ਦਿਉਰਾ ਨਾਮੇ ਕੋ, ਪੰਡਿयन ਕੋ ਪਿਛਵਾੜਲਾ। ਪੰਡਤਾਂ ਵਾਲੇ ਪਾਸੇ, ਉੱਚੀ ਜਾਤ ਵਾਲੇ ਪਾਸੇ ਪਿਛਵਾੜਲਾ ਭਾਵ ਪਿਛਾੜੀ ਹੋ ਗਈ, ਤੇ ਦਿਉਰੇ ਦਾ ਮੁਖ ਜਿਹੜਾ ਸੀ, ਮੂੰਹ ਸੀਗਾ, ਉਹ ਭਗਤ ਨਾਮਦੇਵ ਵਾਲੇ ਪਾਸੇ ਹੋ ਗਿਆ, ਕਿਉਂਕਿ ਪ੍ਰਮਾਤਮਾ ਨੇ ਹੰਕਾਰੀਆਂ ਨੂੰ ਪਛਾੜ ਦਿੱਤਾ ਤੇ ਭਗਤ ਨਾਮਦੇਵ ਨੂੰ ਆਪਣੇ ਦਰਸ਼ਨ ਦਿੱਤੇ, ਭਾਵ ਉਸ ਪਾਸੇ ਵੱਲ ਆਪਣਾ ਮੂੰਹ ਕਰ ਲਿਆ। ਅੱਜ ਵੀ ਜੇ ਕੋਈ ਜਾਤ ਦਾ ਹੰਕਾਰ ਕਰਦਾ ਹੈ ਤੇ ਪ੍ਰਮਾਤਮਾ ਦੀ ਉਹਦੇ ਵੱਲ ਪਿੱਠ ਹੈ, ਤੇ ਜੇ ਕੋਈ ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਹੈ ਤੇ ਪ੍ਰਮਾਤਮਾ ਦਾ ਉਸ ਪਾਸੇ ਵੱਲ ਮੂੰਹ ਹੈ। ਜਿਵੇਂ ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਬੋਲ ਲਿਖੇ ਨੇ ਕਿ ਇੱਕ ਵਾਰ ਦੋ ਸੱਜਣ ਕਿਸੇ ਭਾਂਡੇ ਬਣਾਉਣ ਵਾਲੇ ਦੇ ਘਰ ਚਲੇ ਗਏ, ਤੇ ਜਾ ਕੇ ਜਦੋਂ ਭਾਂਡੇ ਵੇਖਣ ਲੱਗੇ ਤੇ ਨੁਕਸ ਕੱਢਣ ਲੱਗ ਪਏ, ਇਹ ਚਿੱਬੇ ਨੇ, ਇਹ ਤਿੜਕੇ ਨੇ, ਇਹ ਪਿੱਲੇ ਨੇ। ਕਹਿੰਦੇ ਭਾਂਡੇ ਬੋਲ ਪਏ, ਕਹਿਣ ਲੱਗੇ ਵੀ ਅਸੀਂ ਆਪ ਬਣੇ ਆ, ਉਹਨੂੰ ਪੁੱਛੋ ਜਿਨ੍ਹਾਂ ਨੇ ਸਾਨੂੰ ਬਣਾਇਆ। ਇੱਕੋ ਮਿੱਟੀ ਤੋਂ ਬਣੇ, ਇੱਕੋ ਆਵੇ ਵਿੱਚ ਪੱਕੇ ਆ, ਤੇ ਸਾਡਾ ਕੀ ਕਸੂਰ ਹੈ। ਸੱਚਮੁੱਚ ਜਦੋਂ ਪ੍ਰਮਾਤਮਾ ਨੇ ਹੀ ਔਰਤ ਬਣਾਈ ਹੈ, ਪ੍ਰਮਾਤਮਾ ਨੇ ਹੀ ਪੁਰਸ਼ ਬਣਾਇਆ, ਪ੍ਰਮਾਤਮਾ ਨੇ ਗਰੀਬ ਬਣਾਇਆ, ਪ੍ਰਮਾਤਮਾ ਨੇ ਅਮੀਰ ਬਣਾਇਆ, ਤੇ ਫਿਰ ਕੌਣ ਨਖਿੱਧ ਤੇ ਕੌਣ ਉੱਤਮ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੇ ਬੋਲ ਨੇ, ਕਹਿਣ ਲੱਗੇ ਰਲ ਦੋ ਚਾਤਰ ਘਰ ਘੁਮਿਆਰਾਂ, ਭਾਂਡੇ ਲੈਣ ਜੋ ਆਏ। ਚਿੱਬੇ ਤਿੜਕੇ ਪਿੱਲੇ ਦੱਸਣ, ਵੇਖੇ ਜਾਂ ਟਣਕਾਏ। ਭਾਂਡੇ ਬੋਲੇ ਸ਼ਾਲਾ ਜੀਓ, ਐਬ ਨਾ ਸਾਡੇ ਫੋਲੋ। ਕੋਈ ਆਪ ਬਣੇ ਆ, ਉਹਨੂੰ ਪੁੱਛੋ ਜਿੰਨਾ ਅਸੀਂ ਬਣਾਏ। ਤੇ ਜਦੋਂ ਆਪਾਂ ਆਪਣੇ ਪੁੱਤ ਵਾਸਤੇ ਕਿਸੇ ਦੀ ਧੀ ਭੈਣ ਨੂੰ ਵੇਖਣ ਜਾਂਦੇ ਆ ਤੇ ਇਹ ਕਹਿ ਕੇ ਵੀ ਇਹ ਕਾਲਾ ਰੰਗ ਹੈ, ਪਸੰਦ ਨਹੀਂ, ਤੇ ਜੇ ਸਾਡੀ ਧੀ ਭੈਣ ਨੂੰ ਵੇਖ ਕੇ ਕੋਈ ਇਦਾਂ ਕਵੇ ਤੇ ਕਲੇਜਾ ਨਹੀਂ ਫਟਦਾ। ਸੱਚਮੁੱਚ ਲੋਕ ਅਜੇ ਵੀ ਚਮੜੇ ਵਿੱਚ ਫਸੇ ਹੋਏ ਆ। ਭਗਤ ਰਵਿਦਾਸ ਜੀ ਕਹਿੰਦੇ ਕਉ ਰਵਿਦਾਸ ਖਲਾਸ ਚਮਾਰਾ, ਕਹਿੰਦੇ ਮੈਂ ਚਮੜੇ ਦਾ ਕੰਮ ਕਰਦਿਆਂ ਚਮੜੇ ਤੋਂ ਖਲਾਸੀ ਪ੍ਰਾਪਤ ਕਰ ਲਈ। ਲੋਕੀ ਸਰੀਰ ਰੂਪੀ ਜੁੱਤੀ ਨੂੰ ਗੰਢੀ ਜਾਂਦੇ ਆ, ਮੋਹ ਦੀਆਂ ਟਾਕੀਆਂ ਲਾ ਲਾ ਕੇ ਅਜੇ ਵੀ ਇਹ ਚਮੜੇ ਦਾ ਹੀ ਕੰਮ ਕਰੀ ਜਾਂਦੇ ਆ। ਤੇ ਕਈ ਕਹਿੰਦੇ ਨੇ ਉੱਚ ਜਾਤੀ ਦੇ ਨੇ, ਜਿਹੜਾ ਕਹਿੰਦਾ ਵੀ ਆਹ ਚਮੜੀ ਕਾਲੀ ਆ ਗੋਰੀ ਆ, ਉਹ ਅਜੇ ਵੀ ਤਾਂ ਚਮਾਰ ਰੂਪੀ ਕਿਰਤੀ ਕਰ ਰਹੇ ਨੇ ਨਾ। ਇਸ ਕਰਕੇ ਸਤਿਗੁਰੂ ਗਰੀਬ ਨਵਾਜ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਵੇਖੋ ਪ੍ਰਮਾਤਮਾ ਨੇ ਆਪਣੇ ਭਗਤਾਂ ਨੂੰ ਕਿੰਨੀ ਵਡਿਆਈ ਦਿੱਤੀ ਹੈ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ, ਤਿਨ ਤਿਲਕ ਕਢਾਈ। ਜਿੰਨੇ ਵੀ ਪ੍ਰਮਾਤਮਾ ਦੇ ਭਗਤ ਨੇ, ਸੇਵਕ ਨੇ, ਪ੍ਰਮਾਤਮਾ ਨੇ ਉਹਨਾਂ ਦੇ ਮੁਖ ਤੇ ਮਸਤਕ ਤੇ 68 ਤੀਰਥਾਂ ਦਾ ਤਿਲਕ ਲਾ ਦਿੱਤਾ। ਭਾਵ ਲੋਕ ਕਿਰਾਇਆ ਖਰਚ ਕਰਕੇ ਸਮਾਂ ਕੱਢ ਕੇ 68 ਤੀਰਥਾਂ ਤੇ ਜਾਂਦੇ ਨੇ, ਪਰ ਨਾਮ ਜਪਣ ਵਾਲੇ ਨੂੰ ਸਰਟੀਫਿਕੇਟ ਮਿਲ ਜਾਂਦਾ ਵੀ 68 ਤੀਰਥਾਂ ਦੀ ਪਵਿੱਤਰਤਾ ਇਹਦੇ ਜੀਵਨ ਵਿੱਚ ਆ ਗਈ ਹੈ। ਸੁਣਿਆ 860 ਕਾ ਇਸ਼ਨਾਨ, 860 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਕਦੋਂ, ਜਦੋਂ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। 860 ਸ਼ਬਦ 860 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਹਾਤੈ ਮਲ ਜਾਈ। ਸਾਹਿਬ ਗੁਰੂ ਅਮਰਦਾਸ ਜੀ 20 ਵਾਰ ਗੰਗਾ ਦਾ ਇਸ਼ਨਾਨ ਕਰਨ ਗਏ, ਪਰ ਚੈਨ ਨਾ ਮਿਲਿਆ। ਜਦੋਂ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਨਾਲ ਜੁੜ ਗਏ, ਕਹਿਣ ਲੱਗੇ ਮੇਰੇ ਗੁਰੂ ਨੇ ਮੈਨੂੰ ਸ਼ਬਦ ਵਿੱਚੋਂ 68 ਤੀਰਥਾਂ ਦਾ ਇਸ਼ਨਾਨ ਕਰਾ ਦਿੱਤਾ। ਕਿਉਂਕਿ ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਜਨਮਾਂ ਜਨਮਾਤਰਾਂ ਦੀ ਕਾਲਖ ਧੋ ਕੇ ਰੱਖ ਦਿੰਦਾ ਹੈ ਗੁਰੂ। ਮਾਨੋ ਜਿਹੜਾ ਨਾਮ ਜਪਦਾ ਹੈ ਨਾ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰਵਾਸ ਤਨ ਸਾਸ, 860 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ।
ਜਪ ਦਾ ਮਤਲਬ ਹੀ ਇਹ ਆ, ਜਪ ਨਿਸ਼ਾਨ ਜਪੇਗਾ ਤੇ ਜਿਨ ਕੋ ਨਦਰ ਕਰਮ ਤਿਨ ਕਾਰ, ਨਦਰੀ ਕਰਮ ਪਵੈ ਨਿਸ਼ਾਨ, ਆ ਟਿੱਕਾ ਆ ਨਿਸ਼ਾਨ ਲੱਗੇਗਾ ਤੈਨੂੰ। ਉਹ ਪ੍ਰਮਾਣ ਪੱਤਰ ਕੇ ਤੂੰ 88 ਤੀਰਥਾਂ ਦੇ ਇਸ਼ਨਾਨ ਨਾਲੋਂ ਵੀ ਜ਼ਿਆਦਾ ਪਵਿੱਤਰਤਾ ਜਿਹੜੀ ਹੈ ਉਹ ਹਾਸਲ ਕਰ ਲਈ ਹੈ। ਇਸ ਕਰਕੇ ਜਿੰਨੇ ਭਗਤ ਨੇ, ਸੇਵਕ ਨੇ, ਪ੍ਰਮਾਤਮਾ ਨੇ ਭਗਤੀ ਦਾ, ਪਵਿੱਤਰਤਾ ਦਾ ਟਿੱਕਾ ਉਹਨਾਂ ਦੇ ਮੱਥੇ ਤੇ ਲਾ ਦਿੱਤਾ। ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਦਾਸ ਨਾਨਕ ਉਹਨਾਂ ਨੂੰ ਦਿਨੇ ਰਾਤ ਸਪਰਸ਼ ਕਰੇ ਜਿਹੜੇ ਸੱਚੀ ਮੁੱਚੀ ਭਾਵੇਂ ਕਿਸੇ ਨੀਵੀਂ ਅਖੌਤੀ ਜਾਤ ਵਿੱਚ ਪੈਦਾ ਹੋਏ ਸਨ, ਪਰ ਪ੍ਰਮਾਤਮਾ ਦੀ ਭਗਤੀ ਕਰਕੇ ਉੱਤਮ ਬਣ ਗਏ। ਕਹਿੰਦੇ ਤਾਂ ਹੀ ਹੋ ਸਕਦਾ ਜੇ ਮਾਲਕ ਕਿਰਪਾ ਕਰੇ। ਭਾਵ ਕਿ ਜਦੋਂ ਵੀ ਭਗਤੀ ਕਰਨ ਵਾਲਿਆਂ ਨੂੰ ਮਾਣ ਸਤਿਕਾਰ ਦੀ ਗੱਲ ਆਵੇ, ਉਦੋਂ ਇਹ ਨਾ ਵੇਖਿਆ ਜਾਵੇ ਆਪਣਾ ਪਰਾਇਆ, ਉੱਚੀ ਨੀਵੀਂ ਜਾਤ। ਕਹਿੰਦੇ ਜਾਂ ਨਾਨਕ ਤਿਨ ਕੋ ਆਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਜੇ ਮੇਰਾ ਹਰੀ ਰਾਜਾ ਮੇਰੇ ਤੇ ਕਿਰਪਾ ਕਰ ਦੇਵੇ ਤੇ ਮੈਂ ਦਿਨੇ ਰਾਤ ਭਗਤੀ ਕਰਨ ਵਾਲਿਆਂ ਦਾ ਸਤਿਕਾਰ ਕਰਾਂ। ਆਓ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਸਰਵਣ ਕਰੀਏ। ਬਿਲਾਵਲ ਮਹੱਲਾ ਪੰਜਵਾ। ਰਾਖ ਸਦਾ ਪ੍ਰਭ ਆਪਣੈ ਸਾਥ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਬਿਲਾਵਲ ਰਾਗ ਵਿੱਚ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 828 ਤੇ ਸ਼ੋਭਨੀਕ ਨੇ। ਸਤਿਗੁਰੂ ਜੀ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਨੇ, ਹੇ ਪ੍ਰਭੂ ਰਾਖ ਸਦਾ ਪ੍ਰਭ ਆਪਣੇ ਸਾਥ, ਹੇ ਪ੍ਰਭੂ ਮੈਨੂੰ ਸਦਾ ਆਪਣੇ ਨਾਲ ਰੱਖ। ਤੂੰ ਹਮਰੋ ਪ੍ਰੀਤਮ ਮਨ ਮੋਹਨਾ, ਤੁਝ ਬਿਨ ਜੀਵਨ ਸਗਲ ਅਕਾਥ। ਤੂੰ ਸਾਡਾ ਬੜਾ ਪਿਆਰਾ ਹੈ, ਮਨ ਨੂੰ ਮੋਹਣ ਵਾਲਾ ਹੈ, ਤੇਰੇ ਤੋਂ ਬਿਨਾ ਸਾਰਾ ਜੀਵਨ ਵਿਅਰਥ ਚਲਿਆ ਜਾਂਦਾ ਹੈ। ਰਹਾਉ ਰਹਾਉ ਦਾ ਭਾਵ ਹੈ ਕਿ ਸ਼ਬਦ ਦਾ ਅੰਤਰੀ ਭਾਵ ਇਹਨਾਂ ਤੁਕਾਂ ਵਿੱਚ ਹੈ। ਰੰਗ ਤੇਰਾਓ ਕਰਤ ਖਿਨ ਭੀਤਰ, ਪ੍ਰਭ ਮੇਰੂ ਅਨਾਥ ਕੋ ਨਾਥ। ਇਹ ਭਾਈ ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਜਿਹੜੇ ਅਨਾਥ ਨੇ ਉਹਨਾਂ ਦਾ ਨਾਥ ਹੈ। ਉਹ ਇੱਕ ਛਿਨ ਦੇ ਵਿੱਚ ਕਿਸੇ ਰੰਕ ਨੂੰ ਰਾਜਾ ਬਣਾ ਸਕਦਾ, ਕਿਉਂਕਿ ਛਿਨ ਮੈਂ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇਂ ਜੈਨ ਤਾਕੂ ਵਿਵਹਾਰ ਹੈ। ਉਹ ਭਰਿਆਂ ਨੂੰ ਖਾਲੀ ਕਰ ਦਿੰਦਾ, ਖਾਲੀਆਂ ਨੂੰ ਭਰ ਦਿੰਦਾ, ਰੰਕ ਨੂੰ ਮਾਨੋ ਰਾਓ ਬਣਾ ਦਿੰਦਾ ਤੇ ਰਾਜੇ ਨੂੰ ਕੰਗਾਲ ਬਣਾਉਣ ਲੱਗਿਆਂ ਬਹੁਤਾ ਸਮਾਂ ਨਹੀਂ ਲਾਉਂਦਾ। ਜਲ ਤੇ ਅਗਨ ਮਹਿ ਜਨ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹਾਥ। ਵਿਕਾਰਾਂ ਦੀ ਅਗਨੀ ਵਿੱਚ ਸੜ ਰਹੇ ਜਿਹੜੇ ਮਨੁੱਖ ਨੇ, ਪ੍ਰਮਾਤਮਾ ਨੇ ਉਹਨਾਂ ਨੂੰ ਆਪਣੇ ਸੇਵਕ ਬਣਾ ਕੇ ਉਹਨਾਂ ਦਾ ਉਧਾਰ ਕੀਤਾ, ਭਾਵ ਬਚਾ ਲਿਆ, ਆਪਣਾ ਹੱਥ ਦੇ ਕੇ ਉਹਨਾਂ ਨੂੰ ਰੱਖ ਲਿਆ। ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ। ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕਰਕੇ ਮਾਨੋ ਅੰਦਰ ਦੀ ਠੰਡਕ ਵਾਲਾ ਸੁੱਖ ਪ੍ਰਾਪਤ ਕਰ ਲਿਆ, ਉਹਨਾਂ ਦਾ ਮਨ ਤ੍ਰਿਪਤ ਹੋ ਗਿਆ। ਪ੍ਰਭੂ ਨੂੰ ਸਿਮਰ ਸਿਮਰ ਕੇ ਉਹਨਾਂ ਦੀ ਸਾਰੀ ਦੌੜ ਭੱਜ ਵਾਲੀ ਜਿਹੜੀ ਸ਼ਰਮ ਥਕਾਵਟ ਹੈ ਉਹ ਲੱਥ ਗਈ, ਕਿਉਂਕਿ ਸ਼ਰਮ ਤਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਡੀਂਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਬਿਸ਼ਰਾਮਾ। ਕਹਿੰਦੇ ਉਦੋਂ ਫਿਰ ਸਾਰੀ ਦੌੜ ਭੱਜ ਖਤਮ ਹੋ ਜਾਂਦੀ ਹੈ। ਨਿਦ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਨਪ ਸਗਲ ਅਕਾਥ। ਇਹ ਨਾਨਕ ਅਸਲ ਵਿੱਚ ਹਰੀ ਪਰਮਾਤਮਾ ਦੀ ਸੇਵਾ ਭਗਤੀ ਹੀ ਸਭ ਤੋਂ ਖਜ਼ਾਨਿਆਂ ਤੋਂ ਪ੍ਰਮੁੱਖ ਖਜ਼ਾਨਾ ਹੈ। ਹੋਰ ਆਪਣੀਆਂ ਸਿਆਣਪਾਂ ਚਤਰਾਈਆਂ ਇਹ ਬਿਲਕੁਲ ਵਿਅਰਥ ਨੇ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤਰ ਭੁਜ ਪਾਈਐ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ। ਹੋਰ ਸਿਆਣਪਾਂ, ਹੋਰ ਹੁਜਤਾਂ ਦਲੀਲਾਂ ਜਾਂ ਆਪਣੀ ਜਿਹੜੀ ਮਨੁੱਖ ਦੀ ਚਤਰਾਈ ਆ, ਇਹ ਕਿਸੇ ਕੰਮ ਆਉਣ ਵਾਲੀ ਨਹੀਂ। ਇਹ ਮਨੁੱਖ ਨੂੰ ਕਦੇ ਵੀ ਅੰਦਰ ਦਾ ਟਿਕਾ ਨਹੀਂ ਬਖਸ਼ਦੀ। ਅੰਦਰ ਦਾ ਟਿਕਾ ਸੀਤਲਤਾ ਪਰਮੇਸ਼ਰ ਦੀ ਬੰਦਗੀ ਵਿੱਚੋਂ ਹੀ ਪ੍ਰਾਪਤ ਹੋਣੀ ਹੈ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ, ਉੱਥੇ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਹੈ, ਪਾਵਨ ਗੁਰ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਸੀਤਲ ਸੁਖ ਪਾਇਓ ਮਨ ਤ੍ਰਿਪਤੇ,
ਹਰ ਸਿਮਰਤ ਸ਼ਰਮ ਸਗਲੇ ਲਾਥ। ਨਿਦ ਨਿਦਾਨ ਨਾਨਕ ਹਰ ਸੇਵਾ, ਅਵਰ ਸਿਆਨਪ ਸਗਲ ਅਕਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।